ਸਤਨਾਮ ਵਾਹਿਗੁਰੂ ਜੀਓ। ਮੇਰੇ ਲਾਲ ਭਲੋ ਰੇ ਭਲੋ ਹਰ ਮੰਗਣਾ। ਦੇਖੋ ਪਸਾਰ ਨੈਣ ਸੁਨੋ ਸਾਧੂ ਕੇ ਬੈਨ। ਪ੍ਰਾਣ ਪਤ ਚਿਤ ਰਾਖ ਸਗਲ ਹੈ ਮਰਨਾ। ਲੱਖ 84 ਜੂਨ ਪਵਹਿ ਗੋਬਿੰਦ ਲੋਕ ਨਹੀਂ ਜਨਮ ਮਰੈ। ਗੋਬਿੰਦ ਲੋਕ ਨਹੀਂ ਜਨਮ ਮਰੈ। ਜਨਮ ਮਰਨ ਦੋਹੁ ਮੈਂ ਨਾਹੀ। ਜਨ ਪਰ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਇ। ਪਰਮ ਸਤਿਕਾਰਯੋਗ ਸਤਿਗੁਰੂ ਸਵਾਰੀ ਸਤਿਗੁਰਾਂ ਦੇ ਚਰਨਾਂ ਨਾਲ ਅਥਾਹ ਪਿਆਰ ਕਰਨ ਵਾਲੇ ਸਤਸੰਗੀ ਜਨੋ, ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ। ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਅੰਦਰ ਉਹਨਾਂ ਦੀ ਬਖਸ਼ਿਸ਼ ਨੂੰ ਮਾਨਣ ਵਾਲੀਆਂ ਇੱਕ ਚੜ੍ਹਨ ਦੀਆਂ ਰੂਹਾਂ ਆਤਮਾਵਾਂ ਇਸ ਜਗਤ 'ਤੇ ਆਉਂਦੀਆਂ ਰਹੀਆਂ ਨੇ, ਅੱਜ ਵੀ ਨੇ। ਜੁੱਗਾਂ ਤੱਕ ਧੰਨ ਗੁਰੂ ਨਾਨਕ ਸਾਹਿਬ ਪਿਤਾ ਜੀ ਸਾਡੇ ਜਗਤ ਦੇ ਜੀਵਾਂ ਦੀ ਅਗਵਾਈ ਕਰਨ ਲਈ ਆਪਣੇ ਘਰੋਂ ਬਖਸ਼ੀਆਂ ਹੋਈਆਂ ਰੂਹਾਂ ਮਹਾਂਪੁਰਖਾਂ ਨੂੰ, ਸਾਧੂਆਂ ਨੂੰ, ਫਕੀਰ ਲੋਕਾਂ, ਬ੍ਰਹਮ ਗਿਆਨੀਆਂ ਨੂੰ ਜਗਤ 'ਤੇ ਭੇਜਦੇ ਆਏ ਨੇ। ਅੱਜ ਆਪਾਂ ਬ੍ਰਹਮ ਗਿਆਨੀ ਸਤਿਕਾਰਯੋਗ ਬ੍ਰਹਮ ਗਿਆਨੀ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨਾਂ ਮਹਾਂਪੁਰਖਾਂ ਦੇ ਜੀਵਨ ਤੋਂ ਕੁਝ ਸੇਧ ਲੈਣ ਦਾ ਯਤਨ ਕਰਾਂਗੇ। ਕਿਉਂਕਿ ਮਹਾਂਪੁਰਖ ਲੋਕ ਬਣਦੇ ਉਹ ਨੇ ਜਿਨ੍ਹਾਂ ਪੁਰਖਾਂ ਨੇ ਮਹਾਨ ਕਰਮ ਕੀਤੇ। ਕੌਣ? ਇੱਕ ਕੰਮ ਹੁੰਦੇ ਨੇ ਦੁਨੀਆਦਾਰੀ ਵਿੱਚ ਮਹਾਨ ਕਰਮ ਕਰਨਾ, ਜਿਹਦੇ ਨਾਲ ਵੱਧ ਤੋਂ ਵੱਧ ਪੈਸਾ ਕਿਸੇ ਕਮਾਇਆ ਹੋਵੇ। ਕੋਈ ਗਰੀਬੀ ਤੋਂ ਉੱਠ ਕੇ ਬਹੁਤ ਜ਼ਿਆਦਾ ਅਮੀਰ ਬਣ ਗਿਆ ਹੋਵੇ। ਦੁਨੀਆ ਵਿੱਚ ਉਸ ਨੇ ਕਿਸੇ ਕੰਮ 'ਚ ਮੁਹਾਰਤ ਖੱਟੀ ਹੋਵੇ ਤੇ ਉਹ ਸਿਰੇ 'ਤੇ ਪਹੁੰਚਿਆ ਹੋਵੇ, ਅਸੀਂ ਉਹਨੂੰ ਨਹੀਂ ਮਹਾਨ ਕਹਿੰਦੇ। ਮਹਾਨ ਦਾ ਮਤਲਬ ਹੈ ਉਹ ਮਹਾਨ ਪੁਰਖ ਜਿਹਨੇ ਪਰਿਪੂਰਨ ਪਰਮਾਤਮਾ ਨਾਲ ਖੁਦ ਨੂੰ ਜੋੜ ਕੇ ਸੰਸਾਰ ਨੂੰ ਰੱਬ ਨਾਲ ਜੋੜਿਆ ਹੋਵੇ। ਉਹਨਾਂ ਦੇ ਜਦੋਂ ਆਪਾਂ ਦਰਸ਼ਨ ਕਰਦੇ ਹਾਂ ਤਾਂ ਸਾਨੂੰ ਇੱਕ ਜ਼ਿੰਦਗੀ ਜਿਉਣ ਦਾ ਨਵਾਂ ਜਿਹਾ ਚਾਅ ਅਤੇ ਉਤਸ਼ਾਹ ਬਣਦਾ। ਆਪ ਗੁਰੂ ਕੀਆਂ ਸੰਗਤਾਂ ਵੱਲੋਂ ਹੁਕਮ ਹੁੰਦਾ ਰਹਿੰਦਾ। ਵੱਖ ਵੱਖ ਮਹਾਂਪੁਰਖ ਜਿਨ੍ਹਾਂ ਨੇ ਖੁਦ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਪਿਆਰ ਕੀਤਾ, ਲੱਖਾਂ ਲੋਕਾਂ ਤੋਂ ਸਤਿਗੁਰੂ ਜੀ ਦਾ ਪਿਆਰ ਉਹਨਾਂ ਨੂੰ ਕਰਨ ਦੀ ਜਾਚ ਦੱਸੀ ਅਤੇ ਪਿਆਰ ਦਿਵਾਇਆ। ਉਹਨਾਂ ਦੀਆਂ ਕਥਾ ਕਹਾਣੀਆਂ ਜ਼ਰੂਰ ਸਾਂਝੀਆਂ ਕੀਤੀਆਂ ਜਾਣ। ਉਸੇ ਹੁਕਮ ਮੁਤਾਬਕ ਕਿ ਸਤਿਗੁਰੂ ਜੀ ਦੀ ਕਿਰਪਾ ਨਾਲ ਆਪਾਂ ਸ਼ੁਰੂ ਕੀਤੇ ਨੇ ਬਚਨ। ਸਤਿਕਾਰਯੋਗ ਸੰਤ ਬਾਬਾ ਸੁੰਦਰ ਸਿੰਘ ਜੀ ਦੇ ਪਿਤਾ ਜੀ ਸਰਦਾਰ ਖਜਾਨ ਸਿੰਘ ਅਤੇ ਮਾਤਾ ਤਾਬ ਕੌਰ ਜੀ
ਜਿਨ੍ਹਾਂ ਦੇ ਘਰ 1939 ਸੰਮਤ ਜੇ 57 ਸਾਲ ਘਟਾ ਦਈਏ ਤੇ ਸਨ ਬਣ ਜਾਂਦਾ 1882। ਜੇ ਮਹੀਨਾ ਅੱਗੇ ਪਿੱਛੇ ਥੋੜ੍ਹਾ ਹੋਵੇ ਤੇ 83 ਜਨਮ ਹੁੰਦਾ ਹੈ। ਪਰ ਜਨਮ ਤੋਂ ਪਹਿਲਾਂ ਦੀ ਜਿਹੜੀ ਬਹੁਤ ਪਿਆਰੀਆਂ ਘਟਨਾਵਾਂ ਨੇ ਜੋ ਮਾਤਾ ਪਿਤਾ ਨੇ ਫਰਜ਼ ਅਦਾ ਕੀਤੇ ਬੜੇ ਕਮਾਲ ਦੇ ਨੇ। ਇੱਕ ਤਾਂ ਸਤਿਕਾਰਯੋਗ ਸਰਦਾਰ ਖਜਾਨ ਸਿੰਘ ਜੀ ਖੁਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਾਲ ਇੰਨੇ ਕੁ ਜੁੜੇ ਹੋਏ ਸਨ। ਹਿਸਾਬ ਲਾਣਾ ਵੀ ਕਿਵੇਂ ਉਹਨਾਂ ਨੇ ਕੱਤਕ ਦੀ ਪੂਰਨਮਾਸ਼ੀ 'ਤੇ ਅਰਦਾਸ ਕੀਤੀ ਵੀ ਅਗਲੇ ਸਾਲ ਤੱਕ ਬਾਬਾ ਜੀ ਦਾ ਜਦੋਂ ਜਨਮ ਹੋਣਾ ਸੀ, ਦੋਨੋਂ ਜੋੜੇ ਨੇ ਵੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਸੁਖਮਨੀ ਸਾਹਿਬ ਜੀ ਦਾ ਪਾਠ ਖੜੇ ਹੋ ਕੇ ਕਰਨਾ ਤੇ ਵੱਧ ਤੋਂ ਵੱਧ ਜਾਪ ਕਰਨੇ ਹਨ। ਉਹਨਾਂ ਨਿਭਾਏ। ਇਸ ਤੋਂ ਇਲਾਵਾ ਹੈਰਾਨਗੀ ਹੁੰਦੀ ਹੈ 36 ਲੱਖ ਮੂਲ ਮੰਤਰ ਦਾ ਪਾਠ ਬਾਬਾ ਸੁੰਦਰ ਸਿੰਘ ਸਾਹਿਬ ਜੀ ਦੇ ਪਿਤਾ ਨੇ ਪਹਿਲਾਂ ਕਰ ਦਿੱਤਾ ਇਸ ਬੱਚੇ ਦੇ ਜਨਮ ਹੋਣ ਤੋਂ ਪਹਿਲਾਂ। ਜਦੋਂ ਜਨਮ ਹੁੰਦਾ ਤੇ ਉਸ ਤੋਂ ਬਾਅਦ 1.25 ਲੱਖ ਜਪਜੀ ਸਾਹਿਬ ਦਾ ਪਾਠ ਬਾਬਾ ਖਜਾਨ ਸਿੰਘ ਖੁਰਾ ਨੇ ਕੀਤਾ ਸਮਾਂ ਲਾ ਕੇ ਬਹੁਤ ਸਾਰਾ। ਇਹਦਾ ਮਤਲਬ ਕਿੰਨਾ ਕੁ ਚਾਅ ਹੋਏਗਾ ਤੇ ਕਿੰਨਾ ਕੁ ਸਿਦਕ ਹੈ ਵੀ ਜਿੰਨੀ ਗੁਰਬਾਣੀ ਪੜ੍ਹੀ ਜਾਵੇ, ਮੂਲ ਮੰਤਰ ਜਪਿਆ ਜਾਵੇ, ਓਨਾ ਹੀ ਅੰਦਰ ਮਹਾਰਾਜ ਜੀ ਦੇ ਨੇੜੇ ਹੋਏਗਾ ਤੇ ਜਿਸ ਬੱਚੇ ਨੇ ਘਰ ਆਉਣਾ ਉਹਨੂੰ ਰੰਗ ਲੱਗਣਗੇ। ਮਾਪੇ ਤਿਆਰੀ ਕਰ ਰਹੇ ਨੇ। ਕੈਸੋ ਜੀ ਤਿਆਰੀ ਹੈ ਕਿਧਰੇ ਸਾਨੂੰ ਇਹਨਾਂ ਗੱਲਾਂ ਤੋਂ ਸੇਧ ਲੈਣੀ ਚਾਹੀਦੀ ਹੈ। ਜਿੰਨਾ ਜ਼ਰੂਰੀ ਘਰ ਬੱਚਿਆਂ ਦਾ ਆਉਣਾ ਉਹਦੇ ਨਾਲੋਂ ਕਿੰਨਾ ਵੱਧ ਜ਼ਰੂਰੀ ਹੈ ਬੱਚੇ ਨੂੰ ਭਜਨ ਬੰਦਗੀ ਅਤੇ ਸਤਿਗੁਰੂ ਦੀ ਬਖਸ਼ਿਸ਼ ਵਾਲਾ ਮਾਹੌਲ ਦੇਣਾ। ਅਤੇ ਮਾਹੌਲ ਗੱਲਾਂ ਨਾਲ ਨਹੀਂ, ਉਹ ਖੁਦ ਮਾਪਿਆਂ ਦੇ ਅਭਿਆਸ 'ਚੋਂ ਮਿਲੇਗਾ। ਮਾਪਿਆਂ ਦੇ ਸੰਸਕਾਰ ਬੱਚੇ 'ਤੇ ਪੈਣੇ ਹੀ ਪੈਣੇ ਹਨ। ਸਤਿਕਾਰਯੋਗ ਬਾਬਾ ਖਜਾਨ ਸਿੰਘ ਜੀ ਹਮੇਸ਼ਾ ਉਹਨਾਂ ਨੂੰ ਸੇਵਾ ਦਾ ਚਾਅ ਰਹਿੰਦਾ ਸੀ। ਜਿੱਥੇ ਵੀ ਕਿਧਰੇ ਪਤਾ ਲੱਗਣਾ ਕੋਈ ਗੁਰਦੁਆਰੇ, ਕਿਸੇ ਡੇਰੇ ਕੋਈ ਸਾਧੂ ਮਹਾਂਪੁਰਖ ਹੈ, ਉਚੇਚਾ ਪਹੁੰਚ ਕੇ ਉਹਨਾਂ ਦੀ ਸੰਗਤ ਵੀ ਕਰਨੀ, ਸੇਵਾ ਵੀ ਕਰਨੀ, ਅਰਦਾਸਾਂ ਕਰਨੀਆਂ। ਮਹਾਰਾਜ ਸਾਡੇ ਘਰ ਕੋਈ ਆਪਣੇ ਘਰੋਂ ਬਖਸ਼ੇ ਭੇਜ ਕੋਈ ਸਾਧੂ ਮਹਾਤਮਾ, ਸਾਨੂੰ ਉਹਨਾਂ ਦੀ ਸੇਵਾ ਕਰਨ ਦਾ ਮੌਕਾ ਮਿਲੇ। ਜਿਨ੍ਹਾਂ ਨੂੰ ਸੋਝੀ ਹੈ ਨਾ ਉਹ ਰੱਬ ਕੋਲੋਂ ਮੰਗਦੇ ਨੇ ਵੀ ਘਰ ਕੋਈ ਆਵੇ। ਹਮੇਸ਼ਾ ਘਰ ਵਿੱਚ ਕੁਝ ਨਾ ਕੁਝ ਤਿਆਰ ਰੱਖਣਾ। ਅਚਾਨਕ ਹੀ ਕੋਈ ਨਾ ਕੋਈ ਅਤਿਥੀ ਕੋ ਲੰਘਦਾ ਟੱਪਦਾ ਰੱਬ ਦਾ ਬੰਦਾ ਆ ਗਿਆ, ਉਹਨੂੰ ਪ੍ਰਸ਼ਾਦ ਪਾਣੀ ਛਕਾਵਾਂਗੇ। ਉਹਨਾਂ ਨੂੰ ਇੱਕ ਵੱਖਰੀ ਜਿਹੀ ਖੁਸ਼ੀ ਅਤੇ ਚਾਅ ਤਾਂ ਮਿਲਦਾ ਹੀ ਹੈ, ਪਰ ਇਹ ਮਨ ਦਾ ਚਾਅ ਨਹੀਂ ਹੁੰਦਾ, ਇਹ ਦਿਲ ਦਾ ਚਾਅ ਹੁੰਦਾ ਹੈ। ਮਨ ਦਾ ਚਾਅ ਹੁੰਦਾ ਜਿਹਦੇ ਨਾਲ ਲੋਕਾਂ 'ਚੋਂ ਵਾਹ ਮਿਲੇ। ਦਿਲ ਦਾ ਚਾਅ ਹੁੰਦਾ ਜਿਹਦੇ ਨਾਲ ਸਤਿਗੁਰੂ ਦੀ ਬਖਸ਼ਿਸ਼ ਇਕੱਠੀ ਹੋਵੇ। ਦਿਲ ਵਿੱਚ ਪਿਆਰ ਹੁੰਦਾ, ਮਨ ਵਿੱਚ ਚਲਾਕੀਆਂ ਅਤੇ ਤਰਕ ਦਲੀਲ ਵੀ ਹੁੰਦੀ ਏ। ਮਾਤਾ ਪਿਤਾ ਨੂੰ ਕੋਈ ਅਨੋਖਾ ਚਾਅ ਸੀ ਸੇਵਾ ਕਰਨ ਦਾ। ਇਹ ਸਾਡੇ ਬਜ਼ੁਰਗਾਂ ਦੀ ਆਦਤ ਸੀ, ਬੜਾ ਹੁੰਦਾ ਸੀ। ਇਸ ਗੱਲ ਨੂੰ ਬਹੁਤ ਪਹਿਲ ਦਿੱਤੀ ਜਾਂਦੀ ਸੀ ਭਈ ਜਦੋਂ ਕੋਈ ਲੰਘਦਾ ਟੱਪਦਾ ਬੰਦਾ ਆਵੇ ਅਤੇ ਉਹਦੀ ਸੇਵਾ ਇੰਝ ਕਰਨੀ ਵੀ ਜਿਵੇਂ ਸਾਡਾ ਅੱਜ ਖਾਸ ਮਹਿਮਾਨ ਘਰ ਆ ਗਿਆ। ਪ੍ਰਸ਼ਾਦ ਪਾਣੀ ਛਕਾਉਣਾ। ਫਿਰ ਸਾਧੂ ਮਹਾਤਮਾ ਦਾ ਘਰ ਵਿੱਚ ਆਉਣਾ ਐਵੇਂ ਨਹੀਂ ਕੋਈ ਆ ਜਾਂਦਾ। ਜਿਸ ਦੇ ਉੱਪਰ ਗੁਰੂ ਨਾਨਕ ਸਾਹਿਬ ਤਰੁੱਠ ਪੈਣ, ਉਸ ਨੂੰ ਉਸ ਪੁਰਸ਼ ਦਾ ਪਿਆਰਿਓ ਕਿਸੇ ਭਜਨ ਬੰਦਗੀ ਵਾਲੇ ਨਾਲ ਮੇਲ ਕਰਾਉਂਦੇ ਨੇ। ਹੁਣ ਤਾਂ ਅਸੀਂ ਪਹਿਲਾਂ ਹੀ ਸਿਆਣੇ ਬਣ ਜਾਂਦੇ ਹਾਂ ਵੀ ਜੇ ਅਸੀਂ ਸਿੱਖ ਹਾਂ ਅਤੇ ਕਹਿੰਦੇ ਸਿੱਖੀ ਸਰੂਪ ਵਿੱਚ ਹੀ ਕੋਈ ਸਾਧੂ ਕੋਈ ਗੁਰਸਿੱਖ ਆਵੇ ਅਤੇ ਸੇਵਾ ਕਰਾਂਗੇ, ਬਾਕੀਆਂ ਨੂੰ ਨੱਕ ਮੂੰਹ ਵੱਟ ਕੇ ਪਰਾਂ ਕਰਾਂਗੇ। ਹਿੰਦੂ ਵੀ ਚਾਹੇਗਾ ਵੀ ਕੋਈ ਉਹਦੇ ਧਰਮ ਨਾਲ ਸੰਬੰਧਿਤ ਆਵੇ, ਮੁਸਲਮਾਨ ਚਾਹਣਗੇ ਕੋਈ ਮੁਸਲਮਾਨ ਫਕੀਰ ਆਵੇ। ਨਹੀਂ, ਸੱਚ ਦੇ ਰਾਹ 'ਤੇ ਜਦੋਂ ਤੁਰਾਂਗੇ ਤਾਂ ਇਹ ਕਦੇ ਨਹੀਂ ਅੰਦਰ ਆਵੇਗਾ ਕਿਹੜੇ ਮਜ਼ਹਬ ਦਾ, ਕਿਹੜੇ ਧਰਮ ਦਾ, ਕਿਹੋ ਜਿਹਾ ਲਿਬਾਸ ਹੈ ਉਹਦਾ, ਉਹਦੇ ਕੱਪੜੇ ਕਿਹੋ ਜਿਹੇ ਨੇ, ਉਸ ਦੀ ਰਹਿਣੀ ਬਹਿਣੀ ਬਾਹਰੋਂ ਨਹੀਂ। ਉਦੋਂ ਤੇ ਹੈਗਾ ਨਿਰੰਕਾਰ ਤੇਰੇ ਨਾਲ ਜੁੜੀ ਕੋਈ ਆਤਮਾ ਹੋਵੇ, ਉਹਦਾ ਬਾਹਰਲਾ ਭੇਖ ਤੂੰ ਜਾਣੇ ਅਤੇ ਉਹ ਜਾਣੇ। ਸਾਨੂੰ ਉਹ ਮਿਲਾ ਜਿਹੜਾ ਸਾਨੂੰ ਤੇਰੇ ਘਰ ਨਾਲ ਮਿਲਣ ਲਈ ਸਖਾਈ ਹੋਵੇ। ਤੁਸੀਂ ਕਦੇ ਵੇਖੋ ਪੰਥ ਨੇ ਜਦੋਂ ਅਰਦਾਸ ਵੀ ਬਣਾਈ ਨਾ, ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਪ੍ਰਵਾਨਗੀ
ਲੈ ਕੇ ਵੀ ਸਾਰਾ ਪੰਥ ਅਰਦਾਸ ਕਰੇ। ਅਰਦਾਸਾਂ ਤਾਂ ਪਹਿਲਾਂ ਵੀ ਹੁੰਦੀਆਂ ਸਨ, ਅਰਦਾਸਾਂ ਬਾਅਦ ਵਿੱਚ ਵੀ ਹੁੰਦੀਆਂ ਜਦ ਹੋਣ ਵਾਲੀ ਮਰਿਆਦਾ ਵੇਖੀਏ। ਪਰ ਹੋਣ ਵਾਲੀ ਮਰਿਆਦਾ ਅਚਾਨਕ ਤਾਂ ਨਹੀਂ ਨਾ ਬਣ ਗਈ। ਜਿਵੇਂ ਸੀਨਾ ਬਸੀਨਾ ਚੱਲਦੀ ਆ ਰਹੀ ਸੀ ਗੁਰਸਿੱਖਾਂ ਵਿੱਚ ਅਰਦਾਸਾਂ ਬੇਨਤੀਆਂ, ਉਹਨਾਂ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖ ਕੇ ਉਹ ਸ਼ਬਦ ਲਏ ਗਏ। ਕੁਝ ਲਏ ਗਏ, ਕੁਝ ਰਹਿ ਗਏ, ਅਤੇ ਉਹਨਾਂ 'ਚੋਂ ਇਹ ਸ਼ਬਦ ਕਿਵੇਂ ਕਿੰਨਾ ਪਿਆਰਾ ਹੈ। ਭਈ ਸਹੀ ਗੁਰਮੁਖ ਪਿਆਰੇ ਮੇਲੋ, ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ। ਕਿਸੇ ਵਿਅਕਤੀ ਦਾ ਨਾਂ ਨਹੀਂ, ਕਿਸੇ ਮਜ਼ਹਬ ਦਾ ਅਤੇ ਧਰਮ ਦਾ ਨਾਮ ਨਹੀਂ, ਸਹੀ ਪਿਆਰੇ। ਹੁਣ ਪਿਆਰਾ ਜਿਹੜਾ ਵਾਹਿਗੁਰੂ ਨੂੰ ਪਿਆਰ ਕਰਦਾ ਹੈ, ਵਾਹਿਗੁਰੂ ਨੂੰ ਪਿਆਰ ਕਰਨ ਵਾਲਾ ਕਿਸੇ ਵੀ ਰੰਗ ਵਿੱਚ ਆ ਜਾਵੇ, ਬਸ ਸਾਡਾ ਫਰਜ਼ ਬਣਦਾ ਬਗੈਰ ਕਿਸੇ ਸ਼ੰਕਾ ਤੋਂ ਪ੍ਰਸ਼ਾਦ ਪਾਣੀ ਛਕਾਉਣਾ, ਸੇਵਾ ਕਰਨੀ ਅਤੇ ਉਹਨਾਂ ਦੀਆਂ ਅਸੀਸਾਂ ਲੈਣੀਆਂ, ਉਹਨੂੰ ਤੁਰ ਜਾਣਾ ਹੈ ਅੱਗੇ। ਪਰ ਜਦੋਂ ਵੀ ਆਏਗਾ ਕੁਝ ਨਾ ਕੁਝ ਦੇ ਕੇ ਜਾਏਗਾ। ਤੋ ਸਰਦਾਰ ਖਜਾਨ ਸਿੰਘ ਸਾਹਿਬ ਜੀ ਨੂੰ ਬਹੁਤ ਵੱਡਾ ਚਾਅ ਸੀ ਸੇਵਾ ਕਰਨ ਦਾ। ਮਾਤਾ ਤਾਬ ਕੌਰ ਦੁਨਿਆਵੀ ਤੌਰ 'ਤੇ ਬਿਲਕੁਲ ਨਹੀਂ ਪੜ੍ਹੀ, ਪਰ ਪ੍ਰੇਮ ਦੀ ਪੜ੍ਹਾਈ ਅੰਤਾਂ ਦੀ ਪੜ੍ਹੀ ਹੋਈ ਸੀ। ਪਤੀ ਦਾ ਗੁਰੂ ਨਾਲ ਪਿਆਰ ਵੇਖ ਕੇ ਇੱਧਰ ਵੀ ਉਹੀ ਰੰਗ ਚੜ੍ਹਦੇ। ਅੰਦਰ ਚਾਅ ਸੀ ਇੱਕ ਲੱਤ 'ਤੇ ਖਲੋ ਕੇ, ਭਾਵ ਹੁੰਦਾ ਇੱਕ ਲੱਤ ਤੋਂ ਨਹੀਂ ਹੁੰਦਾ ਵੀ ਲੱਤ 'ਤੇ ਖਲੋਣਾ ਕੋਈ ਚੰਗਾ ਹੈ ਜਾਂ ਖੜ੍ਹੇ ਹੋ ਕੇ ਕਰਨਾ। ਨੀਂਦ ਆਦਤ ਤੋਂ ਬਚਣਾ, ਪਈ ਸੁਚੇਤ ਹੋ ਕੇ ਸਾਵਧਾਨ ਹੋ ਕੇ ਨੀਂਦਰ ਤੋਂ ਬਚਣਾ, ਆਲਸ ਤੋਂ ਬਚਣ ਲਈ ਕੋਈ ਵੀ ਤਰੀਕਾ ਮਹਾਰਾਜ ਦੇ ਪਿਆਰੇ ਅਪਣਾ ਲੈਣ। ਗੱਲ ਤੇ ਬਾਣੀ ਪੜ੍ਹਨ ਦੀ 25 ਸ੍ਰੀ ਜਪਜੀ ਸਾਹਿਬ ਤੇ ਮਾਤਾ ਜੀ ਨੇ ਪਾਠ ਕਰਨੇ, ਪਰ ਉਹ ਪੜ੍ਹਾਈ ਪੜ੍ਹੀ ਸੀ ਪ੍ਰੇਮ ਦੀ। ਕਿਸੇ ਨੇ ਪੁੱਛਿਆ ਸੀ ਨਾ ਸੰਤ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲਿਆਂ ਨੂੰ, ਬਾਬਾ ਜੀ ਕੁਝ ਪੜ੍ਹੇ ਵੀ ਹੋ, ਚਲੋ ਬੰਦਗੀ ਭਜਨ ਤੇ ਤੁਹਾਡੀ ਬਹੁਤ ਹੈ, ਕੁਝ ਦੁਨਿਆਵੀ ਵੀ ਪੜ੍ਹੇ ਹੋ। ਬਾਬਾ ਜੀ ਕਹਿਣ ਲੱਗੇ, ਖਾਂ 3 ਜਮਾਤਾਂ ਪੜ੍ਹੇ ਹਾਂ। ਉਹਨੇ ਸੋਚਿਆ ਵੀ ਪਹਿਲੀ ਦੂਜੀ ਤੀਜੀ ਕਲਾਸ ਸਕੂਲ 'ਚ ਗਏ ਹੋਣਗੇ। ਕਹਿੰਦੇ ਨਹੀਂ, ਅਸੀਂ 3 ਹੀ ਜਮਾਤਾਂ ਪੜ੍ਹੇ ਖਾਂ। ਬਸ 3 ਕਿਹੜੀਆਂ ਨੇ? ਜੋ ਸਤਿਗੁਰੂ ਜੀ ਨੇ ਕਹਿ ਦਿੱਤਾ ਅਤੇ ਸਾਧੂ ਨੇ ਕਹਿ ਦਿੱਤਾ, ਸਤ ਸਤ ਸਤ, ਬਸ ਇਹ ਪੜ੍ਹਾਈ ਪੜ੍ਹੇ ਹਾਂ। ਅਤੇ ਪਿਆਰੇ ਇੱਕ ਚੇਤਾ ਰੱਖਣਾ, ਜਿਨ੍ਹਾਂ ਨੂੰ ਸਤ ਕਹਿਣਾ ਆ ਗਿਆ ਨਾ, ਉਹ ਸਭੋ ਕੁਝ ਹੀ ਗੁਰੂ ਨਾਨਕ ਸਾਹਿਬ ਦੇ ਘਰੋਂ ਲੈ ਜਾਂਦੇ ਨੇ, ਪਰ ਸਤ ਹਉਮੈ ਨਹੀਂ ਕਹਿਣ ਦਿੰਦੀ। ਅਸੀਂ ਲੱਖ ਕਹੀਏ, ਅਸੀਂ ਸਤਿਗੁਰੂ ਜੀ ਨੂੰ ਪਿਆਰ ਕਰਦੇ ਹਾਂ। ਜੇ ਭਲਾ ਹਰ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਨੂੰ ਪਿਆਰ ਕਰਦਾ ਹੋਵੇ, ਜਦੋਂ ਸਤਿਗੁਰੂ ਜੀ ਕਹਿੰਦੇ ਨੇ ਨਾਮ ਜਪੋ, ਤਾਂ ਕੀ ਅੱਗੋਂ ਕੋਈ ਖਿਆਲ ਦੇਵੇਗਾ ਭਈ ਮੈਂ ਜਪਾਂਗਾ, ਥੋੜ੍ਹਾ ਸੋਚ ਲਵਾਂ, ਥੋੜ੍ਹੇ ਸਾਲ ਰਹਿ ਜਾਣ? ਸਤ ਦਾ ਮਤਲਬ ਹੁੰਦਾ ਉਹ ਕੰਮ ਕਰਨਾ ਸ਼ੁਰੂ ਕਰ ਦੇਣਾ। ਕਲਗੀਆਂ ਵਾਲੇ ਕਹਿੰਦੇ ਅੰਮ੍ਰਿਤ ਦੀ ਦਾਤ ਲਵੋ, ਜਿਹੜਾ ਸਤ ਕਵੇਗਾ ਉਸੇ ਟਾਈਮ ਉਹ ਦਾਤ ਲੈ ਕੇ ਤੁਰ ਪਵੇਗਾ। ਪਰ ਗੁਰੂ ਰਾਮਦਾਸ ਪਿਤਾ ਜੀ ਦਾ ਬਚਨ ਨੇ, ਸਤ ਬਚਨ ਉਹਦੀ ਕਿਰਪਾ ਨਾਲ ਹੀ ਕਿਹਾ ਜਾਂਦਾ ਹੈ। ਹਉਮੈ ਅੱਗੇ ਖਲੋ ਜਾਂਦੀ, ਮੈਨੂੰ ਪਤਾ ਹੈ ਮੈਂ ਕਦੋਂ ਕਿਹੜੀ ਚੀਜ਼ ਲੈਣੀ ਹੈ। ਜਿਹੜਾ ਕਹਿੰਦੇ ਨਾ ਮੈਨੂੰ ਪਤਾ ਹੈ, ਮੈਂ ਸੋਚ ਲਵਾਂ ਜਾਂ ਫੈਸਲਾ ਕਰਦਾ ਵੀ ਆਹ ਦਿਨ ਆ ਜੇ, ਫਲਾਣਾ ਜਥਾ ਆ ਜੇ ਜਾਂ ਕੁਛ, ਇਹ ਸਾਰੀ ਹਉਮੈ ਦਾ ਪ੍ਰਤੀਕ ਹੈ। ਸਤਿਗੁਰੂ ਜੀ ਦੇ ਬੜੇ ਪਿਆਰੇ ਬਚਨ ਨੇ। ਸਾਹਿਬ ਕਹਿੰਦੇ, ਸੇਵਕ ਸਿੱਖ ਪੂਜਣ ਸਭ ਆਵੈ, ਸਭ ਗਾਵੈ ਹਰਿ ਹਰਿ ਉਤਮ ਬਾਣੀ। ਗਾਵਿਆ ਸੁਣਿਆ ਤਿਨ ਕਾ ਹਰ ਥਾਹੇ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਜਿਹੜੇ ਸਤ ਸਤ ਕਰਕੇ ਮੰਨਦੇ ਨੇ, ਸਤ ਬਚਨ ਜਿਹਨੇ ਕਹਿ ਲਿਆ, ਬਸ ਉਹਦੇ ਸਤਿਗੁਰੂ ਜੀ ਉਹਦੇ ਕੋਲੋਂ ਕੁਛ ਲੁਕੋ ਕੇ ਨਹੀਂ ਰੱਖਦੇ। ਪਰ ਸੇਵਾ ਸਿਮਰਨ ਕਰ ਕਰਕੇ ਹੀ ਹਉਮੈ ਘਟਦੀ ਏ, ਫਿਰ ਅੰਦਰੋਂ ਸਤ ਨਿਕਲਦਾ ਹੈ। ਤੋ ਮਾਤਾ ਤਾਬ ਕੌਰ ਜੀ ਬੜੇ ਜੁੜੇ ਖੋਏ, ਸਤਿਗੁਰਾਂ ਦੇ ਪਿਆਰ ਵਿੱਚ ਰੰਗੇ ਖੋਏ। ਆਏ ਗਏ ਸਾਧੂ ਨੂੰ ਬਾਬਾ ਖਜਾਨ ਸਿੰਘ ਜੀ ਤੇ ਲਿਆ ਸਕਦੇ ਨੇ ਨਾ, ਪਰ ਸੇਵਾ ਤੇ ਘਰ ਵਾਲੀ ਨੇ ਕਰਨੀ ਹੈ, ਬੜੇ ਚਾਵਾਂ ਨਾਲ ਹੁੰਦੀ ਹੈ। ਇਹ ਕਾਰਨ ਜਦੋਂ ਸਤਿਕਾਰਯੋਗ ਬਾਬਾ ਸੁੰਦਰ ਸਿੰਘ ਸਾਹਿਬ ਜੀ ਦਾ ਜਨਮ ਹੁੰਦਾ ਹੈ, ਤਾਂ ਉਦੋਂ ਨਾਮ ਰੱਖਣ ਲੱਗਿਆਂ ਕਾਹਲੀ ਨਹੀਂ ਕੀਤੀ, ਸਹਿਜ ਪਾਠ ਰੱਖ ਲਿਆ, 40 ਦਿਨਾਂ 'ਚ ਭੋਗ ਪਾਇਆ। ਭੋਗ ਪਾ ਕੇ ਫਿਰ ਸੰਗਤ ਨੂੰ ਸੱਦਿਆ ਹੈ, ਅਰਦਾਸਾਂ ਕੀਤੀਆਂ ਨੇ, ਹੁਕਮਨਾਮਾ ਸਾਹਿਬ ਲਿਆ ਹੈ।
ਹੁਕਮਨਾਮਾ ਸਾਹਿਬ ਲੈ ਕੇ ਫਿਰ ਨਾਮ ਰੱਖਿਆ। ਕਿਸੇ ਪੁੱਛਿਆ ਜੀ ਬੱਚੇ ਦਾ ਜਨਮ ਹੁੰਦਾ ਇੱਕਦਮ ਲੋਕੀ ਨਾਮ ਰੱਖ ਲੈਂਦੇ, ਤੁਸੀਂ 40 ਦਿਨ ਬਾਅਦ ਰੱਖ ਰਹੇ ਹੋ। ਕਹਿੰਦੇ ਬੋਲਿਓ ਇਹਦੇ ਬੜੇ ਮਗਰ ਕਾਰਨ ਨੇ। ਇੱਕ ਤਾਂ ਘਰ ਵਿੱਚ ਬੱਚੇ ਦੇ ਕੋਲ 40 ਦਿਨ ਲਗਾਤਾਰ ਸਤਿਗੁਰੂ ਜੀ ਦੀ ਸੰਗਤ, ਗੁਰਬਾਣੀ ਦਾ ਪ੍ਰਭਾਵ ਬੱਚੇ ਦੀ ਆਤਮਾ ਨੂੰ ਜੀ ਆਇਆਂ ਕਹਿ ਲਿਆ। ਕਿਉਂਕਿ ਜਦੋਂ ਕੋਈ ਬੱਚਾ ਹੁੰਦਾ ਹੈ ਰੱਬ ਦੇ ਘਰੋਂ, ਉਹਨੂੰ ਆਉਂਦਿਆਂ ਸਾਰ ਸ਼ਰਾਬ, ਮਾਸ, ਢੋਲ, ਢਮੱਕੇ, ਭੰਗੜੇ ਮਿਲਣ, ਉਹਦੀ ਆਤਮਾ ਕੁਰਲਾ ਉੱਠਦੀ, ਮੈਂ ਕਿੱਥੇ ਆ ਗਿਆ ਵਾਂ। ਅਤੇ ਜਿਸ ਘਰ ਵਿੱਚ ਗੁਰਬਾਣੀ ਪੜ੍ਹੀ ਜਾਏਗੀ, ਨਾਮ ਜਪਣ ਵਾਲਾ ਮਾਹੌਲ, ਉਸ ਨੂੰ ਉਦੋਂ ਹੀ ਰੰਗ ਲੱਗਣੇ ਸ਼ੁਰੂ ਹੋ ਜਾਂਦੇ ਨੇ। ਜੇਕਰ ਨਹੀਂ, ਲੋਕਾਂ ਨੇ ਆਉਣਾ ਅਤੇ ਗੱਲਾਂ ਬਾਤਾਂ ਕਰਨੀਆਂ ਨੇ, ਦੁਨਿਆਵੀ ਵਧਾਈਆਂ ਕੇਵਲ, ਪਰ ਨਹੀਂ ਗੁਰੂ ਦੀ ਬਖਸ਼ਿਸ਼ ਇਕੱਠੀ ਕਰਨ ਲਈ ਇਹ ਸਾਰਾ ਕੁਝ ਕੀਤਾ ਜਾਂਦਾ ਸੀ। ਦੂਜੀ ਗੱਲ, ਜਦੋਂ ਭੋਗ ਪਿਆ ਅਤੇ ਗਰੀਬ ਗੁਰਬੇ ਨੂੰ ਉਚੇਚਾ ਪ੍ਰਸ਼ਾਦਾ ਵਰਜ ਕੇ ਛਕਾਇਆ ਹੈ। ਇੱਥੇ ਵੀ ਇੱਕ ਫਰਕ ਹੈ। ਹਰ ਗੱਲ ਜਿਹੜੀ ਸਾਡੇ ਬਜ਼ੁਰਗਾਂ ਦੀ ਸੀ ਨਾ, ਬੜੀ ਰਮਜ ਸੀ, ਬੜੇ ਰਾਜ ਸਨ ਉਹਨਾਂ ਵਿੱਚ। ਰਿਸ਼ਤੇਦਾਰ, ਭੈਣ ਭਰਾ ਸੱਦਣੇ ਕੁਮਾੜਾ ਤੇ ਨਹੀਂ, ਉਹਨਾਂ ਨੂੰ ਸੱਦਣਾ, ਰਿਸ਼ਤੇਦਾਰਾਂ ਨੂੰ, ਮਿੱਤਰਾਂ ਨੂੰ ਸੰਗਤ ਬੁਲਾਈ ਜਾਂਦੀ ਹੈ। ਲੰਗਰ ਚੱਲਦੇ ਨੇ ਭਲਾਏ, ਪਰ ਬਹੁਤੀ ਵਾਰੀ ਤਾਂ ਇਸ ਚੀਜ਼ ਨੂੰ ਗੁਰਦੁਆਰੇ ਚਲੋ ਅਰਦਾਸ ਕਰਾ ਦਿੱਤੀ, ਪਾਲਟੀ ਰੱਖੀ ਜਾਂਦੀ ਏ। ਅਤੇ ਪਾਲਟੀ ਦਾ ਮਤਲਬ ਖੌਮੇ ਦਾ ਹੀ ਪ੍ਰਗਟਾਵਾ ਵੀ ਮੇਰੇ ਕੋਲ ਇੰਨਾ ਕੁਝ, ਮੈਂ ਤੁਹਾਨੂੰ ਇੰਨਾ ਕੁਝ ਪੱਖ ਅਪੱਖ ਖਵਾ ਸਕਦਾ ਵਾਂ। ਹਾਂ ਜੀ, ਨਹੀਂ ਵੀ, ਉਹ ਤਾਂ ਕੇਵਲ ਇੱਕ ਦੁਨੀਆਦਾਰੀ। ਪਰ ਜਦੋਂ ਕੋਈ ਘਰੋਂ ਗਰੀਬ ਗੁਰਬਾ ਲੋੜਵੰਦ ਛਕੇਗਾ ਪ੍ਰਸ਼ਾਦ, ਉਹਦੇ ਅੰਦਰੋਂ ਜਿਹੜੀ ਅਸੀਸ ਨਿਕਲਦੀ ਉਹ ਮਿੱਤਰਾਂ ਅਤੇ ਰਿਸ਼ਤੇਦਾਰਾਂ ਕੋਲੋਂ ਨੇ। ਉੱਥੇ ਤੇ ਲੈਣ ਦੇਣ ਦੀ ਸਾਰੀ ਸੁਰਤੀ ਬਿਰਤੀ ਹੁੰਦੀ ਏ, ਉੱਥੇ ਉੱਪਰੋਂ ਪਰ ਗਰੀਬ ਦੇ ਅੰਦਰੋਂ ਦਿਲੋਂ ਅਰਦਾਸ ਨਿਕਲਦੀ ਹੈ। ਮੈਂ ਤਾਂ ਹੀ ਬੇਨਤੀ ਕੀਤੀ, ਹਰ ਗੱਲ ਸਾਡੇ ਬਜ਼ੁਰਗਾਂ ਦੀ ਬੜੇ ਮਹਾਨ ਸੀ। ਬਾਬਾ ਜੀ ਹੋਰਾਂ ਦਾ ਸੁਭਾਅ ਸੀ। ਮੈਂ ਗੱਲ ਕਰ ਰਿਹਾ ਅਜੇ ਬਾਬਾ ਸੁੰਦਰ ਸਿੰਘ ਸਾਹਿਬ ਜੀ ਦੇ ਪਿਤਾ ਜੀ ਦੀ, ਜਿੱਥੇ ਉਹਨਾਂ ਨੇ 36 ਲੱਖ ਪਹਿਲਾਂ ਅਤੇ ਉਸ ਤੋਂ 1.25 ਲੱਖ ਬਾਅਦ ਜਪਜੀ ਸਾਹਿਬ ਦਾ ਪਾਠ ਕੀਤਾ। ਉੱਥੇ 33 ਮਾਲਾ ਮੂਲ ਮੰਤਰ ਦੀਆਂ ਕਰਦੇ ਰਹੇ, ਅਤੇ ਮਾਂ ਜੀ ਦਾ ਆਪਣਾ ਸਿਦਕ ਸੀ। 33 ਮਾਲਾ ਮੂਲ ਮੰਤਰ ਦੀਆਂ 108 ਦੀਆਂ ਨਾਨਕ ਹੋਸੀ ਪਿਸਾਚਤਾ ਕਰਨੀਆਂ ਸਮਾਂ ਲੱਗਦਾ ਹੈ, ਪਰ ਜਿੰਨਾ ਉਹਦੇ ਨਾਲ ਪਿਆਰ ਹੋਵੇ ਉਹਨਾਂ ਸਮੇਂ ਨੂੰ ਹੋਰ ਖਰਚਣਾ ਵੀ ਕਿੱਥੇ। ਉਹ ਤੇ ਆਈ ਉਹਦੇ ਮਿਲਾਪ ਲਈ ਨੇ। ਜਿਵੇਂ ਦਰਿਆ ਵਹਿੰਦੇ ਨੇ ਉਹਨਾਂ ਚਿਰ ਵਹੀ ਜਾਂਦੇ ਨੇ, ਜਿੰਨਾ ਚਿਰ ਸਾਗਰ ਨਹੀਂ ਮਿਲਦਾ ਉਹ ਕਦੇ ਹਿਸਾਬ ਕਿਤਾਬ ਨਹੀਂ ਰੱਖਦੇ, ਤੁਰੇ ਰਹਿੰਦੇ ਇਸ ਤਰ੍ਹਾਂ ਜਿਨ੍ਹਾਂ ਦਾ ਪਿਆਰ ਹੁੰਦਾ ਹੈ। ਬਚਪਨ ਤੋਂ ਹੀ ਘਰ ਵਿੱਚੋਂ ਹੀ ਗੁਰਸਿੱਖੀ ਦੀ ਦਾਤ ਮਿਲੀ ਸੀ। ਸਤਿਕਾਰਯੋਗ ਬਾਬਾ ਸੁੰਦਰ ਸਿੰਘ ਸਾਹਿਬ ਜੀ ਹੋਰਾਂ ਨੂੰ ਵੱਡੇ ਹੋਏ, ਗੁਰਬਾਣੀ ਪੜ੍ਹਨੀ ਸਿਖਾਈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸੰਥਿਆ ਅਤੇ ਪਾਠ ਪੂਰੇ ਹੋਏ। ਫਿਰ ਭੇਜਿਆ ਸੀ ਵਿੱਦਿਆ ਲੈਣ ਵਾਸਤੇ। ਪਿੰਡ ਦਾਤ ਦੇ ਕੋਲ ਸਨ ਪੰਡਿਤ ਜਵਾਲਾ ਦਾਸ ਜੀ, ਉਹਨਾਂ ਕੋਲੋਂ ਕੁਝ ਸਮਾਂ ਵਿੱਦਿਆ ਲਈ ਸੇਵਾ ਕੀਤੀ। ਉਹਨਾਂ ਦੇ ਚਰਨਾਂ ਵਿੱਚ ਜਾ ਕੇ ਉਹਨਾਂ ਦੀ ਖੁਸ਼ੀ ਲੈਣ ਤੋਂ ਬਾਅਦ ਫਿਰ ਉਦਾਸੀ ਮਹਾਂਪੁਰਸ਼ ਹੋਏ ਨੇ। ਉਹਨਾਂ ਦਾ ਨਾਮ ਸੀ ਗਿਆਨੀ ਭਗਤ ਰਾਮ ਜੀ। ਉਹਨਾਂ ਦੀ ਇਸ਼ਨਾਨ ਦੀ ਸੇਵਾ ਆਪ ਮੰਗ ਕੇ ਲਈ, ਕਿਉਂਕਿ ਸੇਵਾ ਕਰਨ ਵਾਲੀ ਬਖਸ਼ਾਂ ਮਿਲਦੀਆਂ ਨੇ। ਜੇ ਕਿਸੇ ਸਥਾਨ ਨਾਲ, ਸੰਸਥਾ ਨਾਲ ਜੁੜੇ ਹਾਂ ਅਤੇ ਉੱਥੇ ਚਿੱਟੇ ਚਿੱਟੇ ਦੇ ਵਧੀਆ ਚੋਲੇ ਪਾ ਕੇ ਤੁਰੇ ਫਿਰਨਾ, ਹਾਂ ਦੁਨੀਆ ਨੂੰ ਤਾਂ ਕਹਿ ਸਕਾਂਗੇ ਮੇਰਾ ਫਲਾਣੀ ਸੰਸਥਾ ਨਾਲ, ਫਲਾਣੇ ਵਿਦਵਾਨ ਨਾਲ ਸੰਬੰਧ ਹੈ, ਅੰਦਰ ਖਾਲੀ ਰਹੇਗਾ। ਅੰਦਰ ਜਿਹੜੀ ਇਹ ਬ੍ਰਹਮ ਵਿਦਿਆ ਜਾਂ ਰੂਹਾਨੀਅਤ ਦੀ ਵਿਦਿਆ ਪਿਆਰਿਓ ਇਹ ਲੈਣੀ ਹੋਵੇ, ਝੁਕਣਾ ਪੈਂਦਾ। ਜਿੰਨਾ ਕੋਈ ਸੇਵਾ ਕਰੇਗਾ, ਸਿਮਰਨ ਕਰੇਗਾ, ਫਿਰ ਉਹ ਅੰਦਰੋਂ ਰੰਗ ਲੱਗਦੇ ਨੇ, ਨਹੀਂ ਤੇ ਫੋਕੇ ਗਿਆਨੀ ਬਣ ਜਾਈਦਾ। ਮਹਾਰਾਜ ਜੀ ਨੇ ਮਿਹਰ ਕੀਤੀ। ਤੀਸਰੇ ਮਿਲੇ ਸਨ ਬਹੁਤ ਇੱਕ ਉਸ ਵਕਤ ਦੇ ਮੰਨੇ ਪੰਨੇ ਪਰਮੰਨੇ ਵਿਦਵਾਨ ਸਨ ਭਾਈ ਦੇਵਾ ਸਿੰਘ ਜੀ ਬਰਕਤ, ਉਹਨਾਂ ਦੀ ਵੀ ਸੰਗਤ ਮਿਲੀ ਸੀ। ਪਰ ਹੈਰਾਨ ਹੋਈਦਾ ਇੱਕ ਗੱਲ ਵਿਚਾਰਨ ਵਾਲੀ ਹੈ, ਉਹ ਇਹ ਹੈ ਅੱਜ ਦੇਖੋ ਨਾ ਅਸੀਂ ਕੁਛ ਵੀ ਨਫ਼ਰਤ, ਕਿਉਂਕਿ ਸ਼ੁਰੂ ਤੋਂ ਲੈ ਕੇ ਤੁਰਿਆ ਆ ਰਿਹਾ, ਕੇਵਲ ਆਪਣੇ ਨਾਲ ਨਹੀਂ, ਹਰ ਧਰਮ ਅਤੇ ਮਜ਼ਹਬ ਵਿੱਚ ਇਹੋ ਜਿਹੀਆਂ ਗੱਲਾਂ ਜੋੜ ਦਿੱਤੀਆਂ ਗਈਆਂ। ਪਰ
ਪਿਆਰਿਓ ਚਾਹੀਦੀਆਂ ਨਹੀਂ ਨਫ਼ਰਤ। ਸਤਿਗੁਰੂ ਜੀ ਨੇ ਕਿਹਾ ਸਾਰੇ ਬੰਦੇ ਇੱਕ ਰੱਬ ਦੇ ਨੇ। ਕਦੇ ਉਸ ਨੂੰ ਇਸ ਕਰਕੇ ਮਾੜਾ ਚੰਗਾ ਨਾ ਕਹੋ ਭਈ ਉਹਦਾ ਮਜ਼ਹਬ ਅਤੇ ਧਰਮ ਤੁਹਾਡੇ ਨਾਲ ਨਹੀਂ ਮਿਲਦਾ, ਕਦੇ ਨਾ ਕਹੋ। ਹੁਣ ਤਾਂ ਅਸੀਂ ਇੰਨੇ ਸੌੜੇ ਦਿਲ ਕਰ ਲਏ ਨੇ, ਜਿਹੜਾ ਸਾਡੀ ਸੰਸਥਾ ਨਾਲ ਨਾ ਸੰਬੰਧਿਤ ਹੋਵੇ, ਦੂਸਰੀ ਸੰਸਥਾ ਦਾ ਭਾਵੇਂ ਉਹ ਮਹਾਂਪੁਰਖ ਹੀ ਕਿਉਂ ਨਾ ਹੋਵੇ, ਉਹਨੂੰ ਇੰਜ ਅੰਦਰੋਂ ਨਿਗਲੈਕਟ ਕਰਦੇ ਹਾਂ, ਨਫ਼ਰਤ ਕਰਕੇ ਸੁੱਟਦੇ ਹਾਂ ਭਈ ਜਿਵੇਂ ਉਹਦੀ ਕੋਈ ਕੀਮਤ ਹੀ ਨਾ ਹੋਵੇ। ਅਤੇ ਆਪਣੇ ਪੱਲੇ ਭਾਵੇਂ 2 ਜਪਜੀ ਸਾਹਿਬ ਦੇ ਪਾਠ ਨਾ ਹੋਣ। ਸਭ ਤੋਂ ਰੱਬ ਦੀ ਨਾਰਾਜ਼ਗੀ ਉਦੋਂ ਹੁੰਦੀ ਜਦੋਂ ਆਪਾਂ ਕਿਸੇ ਦੂਸਰੇ ਨੂੰ ਆਪਣੇ ਤੋਂ ਮਾੜਾ ਸਮਝਦੇ ਹਾਂ ਅਤੇ ਨਫ਼ਰਤ ਕਰਦੇ ਹਾਂ। ਜਦੋਂ ਕਿ ਸਤਿਗੁਰੂ ਜੀ ਦਾ ਬਚਨ ਹੈ ਨਾ, ਸਾਹਿਬ ਕਹਿੰਦੇ ਸਭਨਾ ਮਨ ਮਾਣਕ ਠਾਨ ਮੂਲ ਮਚਾਂਗਵਾ ਜੇ ਤੋ ਪਿਰਿਆ ਦਿਸਿਕ ਹਿਆਉ ਨ ਠਾਹੇ ਕਹੀਦਾ। ਜੇ ਪਿਆਰੇ ਪਰਮਾਤਮਾ ਨੂੰ ਮਿਲਣਾ ਹੈ ਨਾ, ਤੇ ਕਦੇ ਕਿਸੇ ਦਾ ਦਿਲ ਨਾ ਦੁਖਾ। ਇੱਕ ਤਾਂ ਹੁੰਦਾ ਕਿਸੇ ਦੇ ਮੂੰਹ 'ਤੇ ਜਾ ਕੇ ਕਹਿਣਾ, ਇੱਕ ਹੁੰਦਾ ਮਨ ਕਰਕੇ ਕਿਸੇ ਨੂੰ ਅੰਦਰੋਂ ਅੰਦਰੇ ਕੋਝੇ ਬਚਨ ਕਰਨੇ, ਨਫ਼ਰਤ ਨਾਲ ਵੇਖਣਾ, ਓਨਾ ਹੀ ਪਾਪ ਹੈ। ਪਰ ਇਹ ਗੱਲ ਹੁਣ ਆਮ ਹੋ ਗਈ ਹੈ, ਆਮ। ਮੈਂ ਕਿਸੇ ਇੱਕ ਸੰਸਥਾ ਦੀ ਨਹੀਂ ਗੱਲ ਕਰਦਾ, ਕਿਸੇ ਵੀ ਕੋਈ ਜੁੜਿਆ ਹੋਇਆ, ਜਦੋਂ ਇਹ ਖਿਆਲ ਆ ਜਾਵੇ ਵੀ ਦੂਸਰੇ ਸੰਸਥਾ ਦੇ ਜਿਹੜੇ ਸਤਸੰਗੀ ਨੇ ਉਹ ਭਾਵੇਂ ਬਾਣੀ ਕਿੰਨੀ ਮਰਜ਼ੀ ਪੜ੍ਹਨ, ਉਹਨਾਂ ਬਾਰੇ ਤੁਸੀਂ ਸਿਫਤ ਕਰੋ, ਬੜੇ ਰੰਗ ਲੱਗੇ ਹੋਣ, ਅਤੇ ਉਹਨੂੰ ਸੁਣ ਕੇ ਅੰਦਰ ਇੱਕਦਮ ਸੰਕੋਚਿਆ ਜਾਂ ਸੁੰਗੜ ਜਾ ਜਾਵੇ, ਨਫ਼ਰਤ ਨਾਲ ਭਰ ਜਾਂਦਾ ਹੈ ਭਈ ਇਹ ਕਿਸੇ ਦੀ ਗੱਲ ਕਰਦੇ ਨੇ, ਮੇਰੇ ਨਾਲ ਸੰਬੰਧਿਤ ਕਿਉਂ ਨਹੀਂ ਕਿਸੇ ਦੀ ਗੱਲ ਕਰਦੇ। ਇਹ ਚਾਹੀਦਾ ਨਹੀਂ। ਹੁਣ ਜੇ ਤੁਸੀਂ ਦੇਖੋ ਨਾ, ਜਿੰਨੇ ਵੀ ਸਤਿਪੁਰਖ ਹੋਏ ਨੇ ਜਾਂ ਅੱਜ ਵੀ ਤੁਸੀਂ ਵੇਖੋਗੇ ਜੁੜੀਆਂ ਰੂਹਾਂ, ਉਹ ਕਦੇ ਨਹੀਂ ਇਹੋ ਜਿਹਾ ਭੇਦਭਾਵ ਰੱਖਣਗੀਆਂ। ਹੁਣ ਪਿਤਾ ਸਰਦਾਰ ਖਜਾਨ ਸਿੰਘ ਜੀ ਨੇ ਭੇਜਿਆ ਹੈ ਬਾਬਾ ਸੁੰਦਰ ਸਿੰਘ ਜੀ ਨੂੰ ਵਿੱਦਿਆ ਲੈਣ ਲਈ। ਇੱਕ ਦਾ ਨਾਂ ਹੈ ਪੰਡਿਤ ਜਵਾਲਾ ਦਾਸ ਅਤੇ ਦੂਜਾ ਮਹੰਤ ਜੀ ਉਦਾਸੀ ਮਹਾਂਪੁਰਖ ਨੇ ਗਿਆਨੀ ਭਗਤ ਰਾਮ ਜੀ ਦੇਵ ਜੀ, ਤੀਜੇ ਭਾਈ ਦੇਵਾ ਸਿੰਘ ਜੀ ਬਰਕਤ। ਹੁਣ ਅਸੀਂ ਕਹੀਏ ਉਦਾਸੀ ਬੜੇ ਮਾੜੇ ਹੁੰਦੇ, ਇਹਨਾਂ ਅੰਮ੍ਰਿਤ ਨਹੀਂ ਛਕਿਆ, ਇਹਨਾਂ ਨੂੰ ਪਰੇ ਕਰੋ, ਇਹ ਕਿੱਥੋਂ ਦੀ ਸਿੱਖੀ ਹੋਏਗੀ? ਨਹੀਂ ਪਿਆਰਿਓ, ਇਹ ਦਾਤਾਂ ਜਿਹੜੀਆਂ ਅੰਮ੍ਰਿਤ ਦਾ ਛਕ ਲੈਣਾ, ਕਲਗੀਆਂ ਵਾਲੇ ਚਰਨਾਂ ਨਾਲ ਜੁੜਨਾ ਉੱਤਮ ਭਾਗ ਨੇ। ਜਿਨ੍ਹਾਂ ਨੂੰ ਹੁਕਮ ਹੁੰਦਾ ਉਹੀ ਇਹ ਦਾਤ ਲੈਣਗੇ। ਕਿਸੇ ਲਈ ਅਰਦਾਸ ਤੇ ਕਰ ਸਕਦੇ ਹੋ, ਪਰ ਨਫ਼ਰਤ ਨਹੀਂ। ਉਹ ਜਾਣੇ ਪਰਮਾਤਮਾ ਕਿਸੇ ਨੇ ਕਿਹਨੂੰ ਕਦੋਂ ਲੈ ਕੇ ਆਉਣਾ ਹੈ। ਆਪਣਾ ਕਰਮੇ ਆਪਣੇ ਆਪੇ ਨੂੰ ਸਵਾਰੀਏ, ਇਹਨਾਂ ਨਫ਼ਰਤਾਂ ਤੋਂ ਬਚੀਏ, ਅੰਦਰ ਉੱਚਾ ਉੱਠੇ। ਉਸ ਤੋਂ ਬਾਅਦ ਭਾਈ ਦੇਵਾ ਸਿੰਘ ਬਰਕਤ ਜੀ ਨੇ ਵੇਖਿਆ ਬਾਬਾ ਸੁੰਦਰ ਸਿੰਘ ਜੀ ਇੱਕ ਪਾਸੇ ਤੇ ਵਿੱਦਿਆ ਲੈ ਰਹੇ ਨੇ ਅਤੇ ਹਰ ਅੱਖਰ ਅੰਦਰ ਵੱਸਦਾ ਜਾ ਰਿਹਾ ਏਡੀ ਛੋਟੀ ਉਮਰ ਅੰਦਰ। ਦੂਸਰੇ ਪਾਸੇ ਇਹਨਾਂ ਦਾ ਸੱਚਮੁੱਚ ਗੁਰੂ ਸਾਹਿਬ ਨਾਲ ਪਿਆਰ ਹੈ। ਇੱਕ ਹੁੰਦਾ ਵਿੱਦਿਆ ਲੈਣੀ ਦੁਨੀਆ ਨੂੰ ਸੁਣਾਉਣ ਲਈ, ਇੱਕ ਹੁੰਦਾ ਵਿੱਦਿਆ ਲੈਣੀ ਸਤਿਗੁਰੂ ਪਰਮੇਸ਼ਰ ਦੇ ਘਰ ਦੀ ਜਾਣਕਾਰੀ ਲੈ ਕੇ ਉਹਨੂੰ ਖੁਦ ਕਮਾਉਣ ਲਈ। ਫਰਕ ਹੈ ਨਾ ਦੋਨਾਂ ਦਾ। ਇੱਧਰ ਚਾਅ ਸੀ ਮਹਾਰਾਜ ਨਾਲ ਜੁੜਨ ਦਾ। ਇਹਨਾਂ ਨੇ 10 ਭਾਈ ਕਹਿਣ ਲੱਗੇ ਜਿੱਕੋ ਜੀ ਤੁਹਾਡੀ ਬਿਰਤੀ ਹੈ ਨਾ, ਤੁਹਾਡਾ ਸੁਭਾਅ ਹੈ, ਤੁਹਾਡੇ ਖਿਆਲ ਸੁਣੀਂਦੇ ਨੇ, ਤੁਹਾਡਾ ਜੀਵਨ ਵੇਖੀਦਾ ਹੈ, ਇਸ ਜੀਵਨ ਨੂੰ ਵੇਖ ਕੇ ਰਹਿਣੀ ਬਹਿਣੀ ਨੂੰ ਤੈਨੂੰ ਇੱਕ ਪੂਰਨ ਮਹਾਂਪੁਰਖ ਦੀ 10 ਪਾਨੇ ਆ, ਤੁਸੀਂ ਉੱਥੇ ਚਲੇ ਜਾਓ। 7 ਬਚਨ ਅੰਮ੍ਰਿਤਸਰ ਸਨ ਭਾਈ ਦੇਵਾ ਸਿੰਘ ਜੀ ਬਰਕਤ, ਬਾਬਾ ਜੀ ਉਹਨਾਂ ਕੋਲ ਸਨ ਮਹਾਂਪੁਰਖ। ਕਹਿਣ ਲੱਗੇ ਭਈ ਦੱਸੋ ਜੀਓ, ਜੇ ਕੋਈ ਮੈਨੂੰ ਮਿਲਾਵੇ ਉਹ ਪਿਆਰਾ ਅਤੇ ਮੈਂ ਤਾਂ ਦਿਨ ਰਾਤ ਉਡੀਕਦਾ ਵਾਂ। ਉਹਦਾ ਕਾਰਨ ਸੀ ਜਦੋਂ ਉਦਾਸੀ ਮਹਾਂਪੁਰਖਾਂ ਕੋਲ ਅਤੇ ਪੰਡਿਤ ਜਵਾਲਾ ਦਾਸ ਜੀ ਕੋਲ ਜਦੋਂ ਰਹਿ ਸੀ ਨਾ, ਉਦੋਂ ਬੈਰਾਗ ਬਹੁਤ ਆਉਣ ਲੱਗ ਪਿਆ ਸੀ। ਬੈਰਾਗ ਆਉਂਦਾ ਹੀ ਉਦੋਂ ਹੈ ਜਦੋਂ ਪਰਮਾਤਮਾ ਦੀ ਖਿੱਚ ਪੈ ਜਾਵੇ। ਅੰਦਰ ਭਰਿਆ ਰਹਿਣਾ, ਅੰਦਰ ਕਿਸੇ ਚੀਜ਼ ਨੂੰ ਉਡੀਕਦਾ ਜਿਹਦਾ ਸਾਨੂੰ ਨਾਂ ਨਹੀਂ ਪਤਾ। ਇਹ ਤਾਂ ਬਾਹਰੋਂ ਨਾਂ ਰੱਖੇ ਨਾ ਪਰਮਾਤਮਾ ਦੇ, ਵਾਹਿਗੁਰੂ ਜੀ ਹੈ, ਈਸ਼ਵਰ ਹੈ, ਅਕਾਲ ਪੁਰਖ ਹੈ, ਅੱਖਰ ਨੇ ਨਾ, ਪਰ ਜਿਹੜੀ ਉਹਦੇ ਵਿੱਚ ਸ਼ਕਤੀ ਹੈ, ਸਰਵ ਵਿਆਪਕ ਹੈ, ਉਹਨੂੰ ਮਿਲਣਾ ਚਾਹੁੰਦਾ ਹੈ ਅੰਦਰ। ਉਹ ਗੱਲਾਂ ਤੋਂ ਪਤਾ ਲੱਗਾ ਕੋਈ ਮਿਲਣਾ ਚਾਹੁੰਦਾ ਅਤੇ ਮਿਲੇਗਾ ਉਹ ਜਿਹੜਾ ਮਿਲਿਆ। ਉਦੋਂ 10 ਪਾਈ ਸੀ ਸਤਿਕਾਰਯੋਗ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲਿਆਂ ਦੀ।
ਸਤਿਕਾਰਯੋਗ ਸੰਤ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲਿਆਂ ਦੀ ਕੋਲ ਜਦੋਂ ਗਏ ਨੇ, ਬਸ ਜਾਂਦਿਆਂ ਸਾਰ ਨਮਸਕਾਰ ਕੀਤੀ ਹੈ। ਵਿਦਿਆਰਥੀ ਉੱਥੇ ਹੋਰ ਵੀ ਨੇ। ਬਾਬਾ ਜੀ ਨੇ ਵੀ ਆਗਿਆ ਮੰਗੀ ਅਤੇ ਉੱਥੇ ਰਹਿ ਸੇਵਾ ਸ਼ੁਰੂ ਕੀਤੀ ਹੈ। ਉੱਥੋਂ ਕਿਉਂਕਿ ਖੁਦ ਬਾਬਾ ਬਿਸ਼ਨ ਸਿੰਘ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਥਾ ਕਰਨੀ, ਉਹਦੇ ਵਿੱਚ ਹੀ ਸਾਰਿਆਂ ਨੂੰ ਜੋ ਮਹਾਰਾਜ ਦੇ ਘਰ ਦੀ ਵਿੱਦਿਆ ਉਹ ਦੱਸਣੀ, ਸੰਗਤ ਨੇ ਵੀ ਵਿਦਿਆਰਥੀਆਂ ਨੇ ਵੀ। ਅਤੇ ਬਾਅਦ ਵਿੱਚ ਉਹ ਇਕਾਂਤ ਵਿੱਚ ਚਲੇ ਜਾਂਦੇ ਸਨ। ਸਾਰਾ ਸਮਾਂ ਨੇੜੇ ਜੰਗਲ ਵਿੱਚ ਇਕਾਂਤ ਵਿੱਚ ਬੈਠ ਕੇ ਸਾਰਾ ਦਿਨ ਭਜਨ ਕਰਨਾ। ਆਉਣਾ ਉਦੋਂ ਹੀ ਜਦੋਂ ਕੇਵਲ ਮਹਾਰਾਜ ਜੀ ਦੀ ਕਥਾ ਸੁਣਾਣੀ ਜਾਂ ਕੋਈ ਖਾਸ ਜਿਹੜੀਆਂ ਲੋੜਾਂ ਜਾਂ ਕੰਮ ਨੇ, ਬਾਕੀ ਪੂਰਾ ਸਮਾਂ ਇਕਾਂਤ ਵਿੱਚ ਬਤੀਤ ਕਰਨਾ। ਇਹ ਜ਼ਰੂਰੀ ਹੁੰਦਾ, ਅੱਤ ਦਾ ਜ਼ਰੂਰੀ ਹੈ। ਜਿਹੜਾ ਆਪ ਨਹੀਂ ਇਕਾਂਤ ਵਿੱਚ ਕਦੇ ਬੈਠਦਾ, ਉਹ ਦੂਸਰਿਆਂ ਨੂੰ ਕਿਹੜੀ ਇਕਾਂਤ ਦਾ ਉਪਦੇਸ਼ ਕਰੇਗਾ। ਇਕਾਂਤ ਦਾ ਮਤਲਬ ਹੁੰਦਾ ਹੈ ਜਿਹੜਾ ਖੁਦ ਭਜਨ ਸਿਮਰਨ ਨਹੀਂ ਕਰਦਾ, ਦੂਸਰਿਆਂ ਨੂੰ ਕਿੱਥੋਂ ਪ੍ਰੇਰੇਗਾ। ਅਤੇ ਜਿਹੜਾ ਬੰਦਾ ਭਜਨ ਸਿਮਰਨ ਤੋਂ ਦੀ ਗੱਲ ਤੋਂ ਇਲਾਵਾ ਹੋਰ ਲੱਖਾਂ ਗੱਲਾਂ ਕਰ ਰਿਹਾ ਹੈ, ਉਹਦੀ ਕੀਮਤ ਨਹੀਂ ਪੈਂਦੀ ਸਤਿਗੁਰੂ ਜੀ ਦੇ ਘਰ ਅੰਦਰ, ਕਿਉਂਕਿ ਸਾਰੀ ਕਲਾ ਤੇ ਨਾਮ ਦੀ। ਤੋਂ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲੇ ਅੱਤ ਦੇ ਜੁੜੇ ਹੋਏ। ਬਾਬਾ ਸੁੰਦਰ ਸਿੰਘ ਜੀ ਉਹਨਾਂ ਦੀ ਸੇਵਾ ਵਿੱਚ ਨੇ। ਬੜੇ ਰੰਗ ਲੱਗ ਰਹੇ ਹਨ, ਬਹੁਤ ਰੰਗ ਲੱਗਦੇ। ਅੱਗੇ ਵੀ ਆਪਾਂ ਮਹਾਂਪੁਰਖਾਂ ਦੇ ਬਚਨ ਸਾਂਝੇ ਕਰਦੇ ਹਾਂ, ਇਸ ਗੱਲ ਨੂੰ ਦੁਹਰਾਏ। ਅਕਸਰ ਇਹ ਘਟਨਾਵਾਂ ਕੁਝ ਸਾਹਮਣੇ ਆ ਜਾਂਦੀਆਂ ਨੇ। ਬਾਬਾ ਬਿਸ਼ਨ ਸਿੰਘ ਜੀ ਨਾ ਨੇਤਰ ਬੰਦ ਰੱਖਦੇ ਸਨ ਬਹੁਤੀ ਵਾਰੀ। ਜਾਂ ਤੁਰਨਾ ਹੈ ਅਤੇ ਨੀਵਾਂ ਵੇਖਣਾ ਹੈ, ਇਸ ਤਰ੍ਹਾਂ ਅੱਖ ਪੱਟ ਕੇ ਉੱਪਰ ਨਹੀਂ ਤੱਕਣਾ, ਸੱਜੇ ਖੱਬੇ ਨਹੀਂ ਤੱਕਣਾ, ਨੀਵੀਂ ਅੱਖ ਕਰਕੇ ਰੱਖਦੇ ਸਨ। ਇਹ ਹੁਣ ਕਹਿਣ ਨੂੰ ਤਾਂ ਠੀਕ ਹੈ ਨਾ ਵੀ ਨੀਵੀਂ ਅੱਖ ਦਾ ਕੀ ਮਤਲਬ। ਕਾਲਾ ਹੈ ਨਾ ਮਨ ਛੇਤੀ ਜਾਣਨ ਨੂੰ, ਕਿਉਂਕਿ ਸਾਨੂੰ ਪਤਾ ਅੱਖਾਂ ਹੀ ਵੇਖਣੀਆਂ ਨੇ, ਕੋਈ ਨੀਵੀਂ ਕਰ ਲੈ ਚੁੱਚੀ ਇਹ ਨਹੀਂ ਗੱਲ ਹੁੰਦੀ। ਇਹਦੇ ਮਗਰ ਬਹੁਤ ਵੱਡੇ ਰਾਜ ਹੁੰਦੇ ਨੇ। ਕਦੇ ਪੁੱਛੀਏ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ। ਭਗਤ ਕਬੀਰ ਸਾਹਿਬ ਜੀ ਦਾ ਇੱਕ ਬੱਚਾ ਨੇ, ਉਹ ਕਹਿੰਦੇ ਕਬੀਰ ਨੀਚੇ ਲੋਇਨ ਕਰ ਰਹੋ, ਲੈ ਸਾਜਨ ਘਟ ਮਾਹੇ, ਸਭ ਰਸ ਖੇਲੋ ਪੀਸਿਓ, ਕਿਸੂ ਲਖਾਵੋ ਨਾਏ। ਕਹਿੰਦੇ ਨੇਤਰ ਨੀਵੇਂ ਰੱਖ। ਅੱਖਾਂ ਸਭ ਤੋਂ ਵੱਧ ਜੋ ਕੁਝ ਵੇਖਦੀਆਂ ਨੇ ਨਾ, ਅੰਦਰ ਤਸਵੀਰਾਂ ਬਣਦੀਆਂ ਨੇ। ਜਿਹਨੇ ਅੱਖਾਂ ਨੂੰ ਸੰਜਮ 'ਚ ਲੈ ਆਂਦਾ, 90% ਰੱਬ ਦੇ ਰਾਹ ਤਾਂ ਤੁਰਨ ਦਾ ਜਿਹੜਾ ਰਸਤਾ ਉਹਦੇ ਲਈ ਪੱਧਰ ਹੋ ਜਾਂਦਾ ਹੈ। ਅੱਖਾਂ ਰਾਹੀਂ ਸਭ ਤੋਂ ਵੱਧ ਸੰਸਾਰ ਅਤੇ ਦੁਨੀਆ ਸਾਡੇ ਅੰਦਰ ਆਉਂਦੀ ਹੈ। ਦੂਜੀ ਗੱਲ, ਉਹ ਜਿਹੜਾ ਸਤਿਗੁਰੂ ਪਰਮੇਸ਼ਰ ਹੈ ਨਾ, ਜਿਹਦੇ ਬਾਰੇ ਮਹਾਰਾਜ ਦੀ ਬਾਣੀ ਬਚਨ ਕਰਦੀ ਹੈ, ਆਪਾਂ ਗੱਲਾਂ ਕਰਦੇ, ਉਹ ਬੰਦੇ ਦੇ ਅੰਦਰ ਹੈ। ਉਹਦਾ ਨਿਵਾਸ ਸਰੀਰ ਦੇ ਅੰਦਰ ਹੈ। ਅਤੇ ਜਿਹਨੂੰ ਪਿਆਰ ਕਰੀਦਾ ਉਹਨੂੰ ਹੀ ਵੇਖਣਾ ਹੁੰਦਾ ਹੈ ਨਾ। ਅਤੇ ਉਹ ਪਿਆਰਾ ਅੰਦਰ ਹੈ, ਉਹ ਆਪੇ ਖਿੱਚ ਪਾਉਂਦਾ ਹੈ। ਅਤੇ ਤਾਂ ਹੀ ਅੱਖਾਂ ਬਾਹਰੋਂ ਬੰਦ ਹੋ ਕੇ ਅੰਦਰ ਨੂੰ ਵੇਖੀ ਜਾਂਦੀਆਂ ਨੇ। ਤੁਰਨਾ ਹੈ ਅਤੇ ਤਾਂ ਵੀ ਨੀਵਾਂ ਵੇਖ ਕੇ, ਤਾਂ ਕਿ ਅੰਦਰ ਸੁਰਤੀ ਦਾ ਸੰਬੰਧ ਬਣਿਆ ਰਵੇ, ਕਿਉਂਕਿ ਪਿਆਰਾ ਹੈ ਅੰਦਰ। ਉਹ ਅੱਖ ਬੰਦ ਨਹੀਂ ਕਰਦੇ, ਪਰ ਦਿਸਦਾ ਨਹੀਂ। ਉਹਨਾਂ ਦੇ ਸਾਹਮਣੇ ਉਹ ਬੈਠਾ। ਇੱਕ ਵਾਰੀ ਪੁੱਛਿਆ ਸੀ ਬਾਬਾ ਬਿਸ਼ਨ ਸਿੰਘ ਜੀ ਖੁਰਾਂ ਨੂੰ ਸੇਵਾਦਾਰਾਂ ਨੇ, ਜੀ ਆਪ ਜੀ ਅੱਖਾਂ ਉੱਚੀਆਂ ਕਿਉਂ ਨਹੀਂ ਕਰਦੇ, ਨੀਵੀਆਂ ਕਿਉਂ ਰੱਖਦੇ ਹੋ। ਦੀਵਾਲੀ ਸੀ, ਦੀਪਮਾਲਾ ਜਗਾ ਕੇ ਵੀ ਦਿਖਾਉਣਾ ਚਾਹਿਆ, ਉਹਨਾਂ ਉੱਪਰ ਛੱਤ ਵੱਲ ਨਹੀਂ ਵੇਖਿਆ। ਅਤੇ ਪੁੱਛਿਆ ਸੀ ਐਸਾ ਕਿਉਂ। ਉਹ ਕਹਿੰਦੇ ਸੀ ਭੋਲਿਓ, ਅੰਦਰ ਧੰਨ ਗੁਰੂ ਨਾਨਕ ਪਾਤਸ਼ਾਹ ਪਰਮੇਸ਼ਰ ਜੀ ਬੈਠੇ ਨੇ। ਉਹਨਾਂ ਦੇ ਚਰਨਾਂ ਦੇ ਜਦੋਂ ਦਰਸ਼ਨ ਖੋਰੇ ਖੋਣ, ਫਿਰ ਕਿਹੜੇ ਦੀਵਿਆਂ ਦੇ ਦਰਸ਼ਨ ਕਰਨੇ ਅਤੇ ਹੋਰ ਕਿਹਨੂੰ ਵੇਖਣਾ ਹੋਇਆ। ਇੱਕ ਸਟੇਜ ਹੈ ਪਿਆਰਿਓ। ਭਗਤ ਕਬੀਰ ਸਾਹਿਬ ਜੀ ਨੇ ਪਹਿਲਾਂ ਬਚਨ ਕੀਤੇ ਨੇ, ਅਕਾਲ ਪੁਰਖ ਨੂੰ ਹਿਰਦੇ 'ਚ ਰੱਖ ਕੇ ਨੀਵੀਂ ਅੱਖ ਰੱਖੋ ਅਤੇ ਅੰਦਰੇ ਅੰਦਰ ਬੰਦਗੀ ਕਰ, ਉਹਦਾ ਰਸ ਪੀਵੋ, ਉਹਦੀਆਂ ਖੇਡਾਂ ਵੇਖੋ ਅਤੇ ਕਿਸੇ ਨੂੰ ਦੱਸੋ ਨਾ। ਕਹਿੰਦੇ ਫਿਰ ਇੱਕ ਸਟੇਜ ਆਏਗੀ, ਜਦੋਂ ਅੰਦਰ ਉਹ ਆਪ ਵਿਰਾਜਮਾਨ ਹੋ ਜਾਂਦਾ ਹੈ, ਫਿਰ ਬਾਹਰ ਵੇਖੋ ਚਾਹੇ ਅੰਦਰ ਵੇਖੋ, ਦਿਸੇਗਾ ਉਹ ਹੀ। ਫਿਰ ਕਹਿੰਦੇ ਕਬੀਰ ਨੀਚੇ ਲੋਇਨ ਕਿਉਂ ਕਰੋ, ਸਭ ਘੱਟ ਦੇਖੋ ਪੀਓ। ਪਹਿਲਾਂ ਪੀਆ ਪਰਮਾਤਮਾ ਕੇਵਲ ਆਪਣੇ ਅੰਦਰੋਂ ਵੇਖਣਾ ਸੀ। ਜਦੋਂ ਇੱਥੋਂ ਕਿਸੇ ਨੂੰ ਦਿਸ ਪੈਂਦਾ,
ਉਹਨੂੰ ਫਿਰ ਬਾਹਰ ਵੀ ਉਹੀ ਦਿਸਦਾ ਹੈ। ਤਾਂ ਹੀ ਉਹ ਬਾਹਰ ਉਹਨੂੰ ਵੇਖ ਕੇ ਫਿਰ ਸਾਰੀ ਰਚਨਾ ਨੂੰ ਪਿਆਰ ਕਰਦੇ ਹਨ। ਸਾਰਿਆਂ ਨੂੰ ਇਸ ਤਰ੍ਹਾਂ ਨਹੀਂ ਸਮਝਦੇ ਵੀ ਕੌਣ ਹੈ ਛੋਟਾ ਵੱਡਾ, ਉਹ ਰੱਬ ਦੀ ਜੋਤ ਵਰਤ ਰਹੀ, ਸਾਰੇ ਜੀ ਉਹਦੇ ਨੇ। ਉਹਨਾਂ ਨੂੰ ਪਿਆਰ ਭਰੀ ਨਿਗਾਹ ਨਾਲ ਵੇਖਣਗੇ, ਪਰ ਅੱਖਾਂ ਨੂੰ ਹਮੇਸ਼ਾ ਉਹ ਅੰਦਰ ਨੂੰ ਰੱਖਣਗੇ। ਬਾਬਾ ਬਿਸ਼ਨ ਸਿੰਘ ਸਾਹਿਬ ਜੀ ਦੀ ਗੱਲ ਕਰ ਰਹੇ ਸਾਂ, ਜਿਨ੍ਹਾਂ ਕੋਲ ਬਾਬਾ ਸੁੰਦਰ ਸਿੰਘ ਸਾਹਿਬ ਜੀ ਨੂੰ ਵੇਖਦਿਆਂ ਵੇਖਦਿਆਂ ਹਾਲਤ ਇਹੋ ਜਿਹੀ ਬਣ ਗਈ ਸੀ। ਹੋਂ ਫਿਰੋਂ ਦੀਵਾਨੀ ਆਵਲ ਬਾਵਲ, ਆਵਲ ਬਾਬਲ ਕੋਈ ਫਿਰਨਾ ਦੀਵਾਨੀ, ਕੋਈ ਮੇਲੇ ਮੇਰਾ ਪ੍ਰੀਤਮ ਪਿਆਰਾ। ਅਤੇ ਉਹ ਆਪ ਹੀ ਰੰਗ ਲਾ ਰਹੇ ਸਨ, ਖੁਦ ਰੰਗੇ ਸਨ। ਇੱਕ ਦਿਨ ਕੋਈ ਸਬੱਬ ਬਣ ਗਿਆ ਇਹੋ ਜਿਹਾ, ਗਰਮੀਆਂ ਦੇ ਦਿਨ ਸਨ, ਬਹੁਤ ਧੁੱਪ ਸੀ, ਅਤੇ ਬਾਬਾ ਬਿਸ਼ਨ ਸਿੰਘ ਜੀ ਗੜਵਾ ਪਾਣੀ ਦਾ ਭਰ ਕੇ ਨਾਲ ਲੈ ਜਾਂਦੇ ਸੀ। ਸਾਰਾ ਦਿਨ ਉੱਥੇ ਰਹਿਣਾ ਹੁੰਦਾ। ਜਦੋਂ ਜਲ ਦੀ ਲੋੜ ਪੈਣੀ, ਉਹ ਜਲ ਛਕਣ ਲਈ ਜਾਂ ਹੱਥ ਧੋਣ ਲਈ ਵੀ ਵਰਤਣੇ। ਇੱਕ ਵਾਰੀ ਦੁਪਹਿਰ ਕੜਕਦੀ ਧੁੱਪ ਸੀ, ਉਹ ਅਚਾਨਕ ਪਾਣੀ ਦਾ ਗੜਵਾ ਰੁੜ ਗਿਆ, ਹੱਥ ਵੱਜਾ। ਇੱਧਰ ਅੰਤਰਜਾਮਤਾ ਨਾਲ ਸਤਿਕਾਰਯੋਗ ਬਾਬਾ ਸੁੰਦਰ ਸਿੰਘ ਸਾਹਿਬ ਜੀ ਦਾ ਅੰਦਰੋਂ ਹੀ ਮਹਾਰਾਜ ਜੀ ਨੇ ਦਿਖਾਇਆ ਵੀ ਉੱਥੇ ਜਿੱਥੇ ਇਕਾਂਤ ਵਿੱਚ ਬਾਬਾ ਜੀ ਬੈਠੇ ਉਹਨਾਂ ਨੂੰ ਪਾਣੀ ਚਾਹੀਦਾ। ਇਹਨਾਂ ਨੇ ਹੋਰ ਗੜਵਾ ਭਰਿਆ ਅਤੇ ਜਲ ਲੈ ਕੇ ਹਾਜ਼ਰ ਹੋ ਗਏ। ਵੈਸੇ ਉਹ ਕਿਸੇ ਨੂੰ ਉਹਨਾਂ ਦਾ ਹੁਕਮ ਸੀ ਵੀ ਇੱਥੇ ਕਿਸੇ ਆਉਣਾ ਨਹੀਂ। ਜਦੋਂ ਐਨ ਸਮੇਂ 'ਤੇ ਆਏ, ਜਦੋਂ ਉਹਨਾਂ ਨੂੰ ਜਲ ਦੀ ਲੋੜ ਸੀ, ਜਲ ਵਰਤ ਲਿਆ ਅਤੇ ਕਹਿਣ ਲੱਗੇ, ਬੇਟਾ ਤੁਹਾਨੂੰ ਕਿਵੇਂ ਪਤਾ ਸੀ ਵੀ ਸਾਨੂੰ ਪਾਣੀ ਦੀ ਲੋੜ ਹੈ? ਕੁਛ ਨਹੀਂ ਬੋਲੇ, ਨੀਵੀਂ ਪਾਈ ਪਈ ਤੁਹਾਡੀਆਂ ਹੀ ਖੇਡਾਂ ਨੇ, ਤੁਸੀਂ ਜਣਾਉਣ ਵਾਲ ਇਹ ਹੋ। ਕਹਿਣ ਲੱਗੇ ਵੀ ਜਲ ਛਕਿਆ ਵੀ, ਹੱਥ ਪੈਰ ਧੋਤੇ। ਕਹਿਣ ਲੱਗੇ ਅੱਜ ਖੁਸ਼ ਬਹੁਤ ਹਾਂ, ਮੰਗੋ ਬੇਟਾ ਗੁਰੂ ਨਾਨਕ ਸਾਹਿਬ ਜੀ ਦੇ ਘਰੋਂ, ਉਹ ਕੁਝ ਦਾਤਾਂ ਦਿਵਾਵਾਂਗੇ। ਦੇਖੋ ਨਾ, ਸੇਵਾ ਕਰ ਕਰ ਕੇ ਘੜੀ ਆਉਂਦੀ ਹੈ। ਜਦੋਂ ਮਹਾਰਾਜ ਕਹਿੰਦੇ ਨੇ ਇੱਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਾਂਸ ਕੇ ਬੀਚ ਨਾ ਆਏ। ਨਹੀਂ ਵੀ ਪਹਿਲੇ ਦਿਨ ਗਏ ਅਤੇ ਛਿਨ ਆ ਗਿਆ, ਜਾਓ ਬਖਸ਼ਿਸ਼ ਹੋ ਗਈ। ਉਹਦੇ ਤੋਂ ਪਹਿਲਾਂ ਘਾਲਣਾ ਕਮਾਈਆਂ ਕਰਨੀਆਂ ਪੈਂਦੀਆਂ ਨੇ। ਫਿਰ ਉਹ ਮਹਾਰਾਜ ਛਿਨ ਲਿਆਉਂਦੇ। ਘਰ ਤੇ ਛਿਨ ਵਿੱਚ ਹੀ ਹੁੰਦਾ, ਉਹਦੇ ਲਈ ਘਾਲਣਾ ਘਾਲਣੀ ਚਾਹੀਦੀ ਹੈ। ਇਹੋ ਜਿਹੀ ਨਹੀਂ ਆਸ ਕਰਨੀ ਚਾਹੀਦੀ ਮਹਾਰਾਜ ਤੁਸੀਂ ਤਾਂ ਇੱਕ ਛਿਨ ਵਿੱਚ ਹੀ ਭਲਾ ਕਰ ਦੇਣਾ, ਕੀ ਫਰਕ ਪੈਂਦਾ ਹੈ, ਤੁਸੀਂ ਹੁਣੇ ਕਰ ਦਿਓ, ਇਹ ਆਪਣੇ ਮਨ ਦੇ ਖਿਆਲ ਖਾਉਣਗੇ। ਨਹੀਂ, ਸਾਨੂੰ ਸਿੱਖਿਆ ਮਿਲਦੀ ਏ। ਉਹ ਕਰਨ ਤੋਂ ਬਾਅਦ ਉਹ ਦਿਨ ਆਇਆ, ਹੱਥ ਜੋੜੇ ਜੀ ਕਿਰਪਾ ਕਰੋ ਗੁਰਸਿੱਖੀ ਦੀ ਕਮਾਈ ਕਰਾਂ। ਜੋ ਚਾਹੁੰਦੇ ਸਨ ਅੰਦਰੋਂ ਉਹ ਮੰਗ ਲਿਆ। ਬਾਬਾ ਜੀ ਖੁਰਾਂ ਨੇ ਬਚਨ ਦਿੱਤਾ ਸਤਿਗੁਰੂ ਕਰਵਾਉਣਗੇ। ਨਾਲੇ ਜਦੋਂ ਮਿਹਰ ਭਰੀ ਨਿਗਾਹ ਨਾਲ ਤੱਕਿਆ ਅਤੇ ਬਚਨ ਦਿੱਤਾ, ਉਦੋਂ ਬਾਬਾ ਜੀ ਖੁਰਾਂ ਦੇ ਬਚਨ ਗੁਰੂ ਕੇ ਪਿਆਰੇ ਦੱਸਦੇ ਨੇ, ਜਿਵੇਂ ਬਿਜਲੀ ਦਾ ਕਰੰਟ ਲੱਗਦਾ, ਇਸ ਤਰ੍ਹਾਂ ਇੱਕਦਮ ਲੱਗਾ ਕਰੰਟ। ਸੁਰਤੀ ਅੰਦਰ ਗਈ ਅਤੇ 4 ਚੁਫੇਰੇ ਪ੍ਰਕਾਸ਼ ਹੀ ਪ੍ਰਕਾਸ਼ ਸੀ। ਇੱਥੇ ਇੱਕ ਮੈਂ ਬੇਨਤੀ ਜ਼ਰੂਰ ਕਰਨਾ ਚਾਹਾਂਗਾ, ਜਿਨ੍ਹਾਂ ਨੂੰ ਮਹਾਰਾਜ ਜੀ ਨੇ ਇਹੋ ਜਿਹੇ ਰੰਗ ਲਾਏ ਜਾਂ ਤਰੁੱਟ ਕੇ ਦਾਤਾਂ ਦਿੱਤੀਆਂ, ਉਹ ਜਾਣਦੇ ਨੇ। ਪਰ ਜਿਹੜੇ ਇਸ ਰਾਹ 'ਤੇ ਨਹੀਂ ਤੁਰਦੇ ਖੁੰਦੇ, ਪਰ ਵੈਸੇ ਸਤਿਗੁਰਾਂ ਨੂੰ ਪਿਆਰ ਕਰਦੇ ਹਨ, ਕੋਈ ਨਫ਼ਰਤ ਨਹੀਂ, ਪਰ ਵਾਹ ਨਾ ਪੈਣ ਕਾਰਨ ਉਹਨਾਂ ਦੇ ਅੰਦਰ ਇੱਕ ਸਵਾਲ ਉੱਠਦੇ ਰਹਿੰਦੇ ਨੇ, ਇਹਦਾ ਕੀ ਮਤਲਬ? ਜਦੋਂ ਵੀ ਕਿਸੇ ਦੀ ਗੱਲ ਛਿੜਦੀ ਏ, ਜੁੜੇ ਦੇ 'ਤੇ ਹੀ ਹੁੰਦਾ ਏ ਵੀ ਹੁਣ ਝੁਣਚਣੀ ਛਿੜੀ, ਉਹਨੂੰ ਕਰੰਟ ਜਿਹਾ ਪਿਆ, ਪ੍ਰਕਾਸ਼ ਦਿਸਿਆ, ਇਹ ਕੀ ਗੱਲਾਂ ਹੁੰਦੀਆਂ ਨੇ? ਪਿਆਰੇ ਦਾ ਜਵਾਬ ਇੱਕੋ ਹੀ ਹੈ, ਭਾਈ ਸਤਿਗੁਰੂ ਸਾਨੂੰ ਤੁਹਾਨੂੰ ਵੀ ਉਹ ਮਿਹਰ ਕਰਕੇ ਰੰਗ ਲਾਵੇ ਅਤੇ ਫਿਰ ਹੀ ਪਤਾ ਲੱਗਣਾ। ਕਿਸੇ ਨੇ ਪਤੰਗੇ ਨੂੰ ਪੁੱਛਿਆ ਸੀ, ਵੇ ਪਤੰਗਿਆ ਸ਼ਮਾ ਬਲਦੀ ਏ ਤਾਂ ਤੂੰ ਇੱਕਦਮ ਹੀ ਪ੍ਰਗਟ ਹੋ ਕੇ ਉਹਦੇ 'ਤੇ ਸੜ ਮਰਦਾ ਏ, ਤੈਨੂੰ ਕੀ ਮਿਲਦਾ ਏ ਸ਼ਮਾ 'ਤੇ ਸੜ ਕੇ ਦੱਸੇਂਗਾ? ਉਹ ਕਹਿੰਦਾ ਜ਼ਰੂਰ, ਸ਼ਮਾ 'ਤੇ ਸੜ ਕੇ ਕੀ ਮਿਲਦਾ? ਜਿਹਦਾ ਜਵਾਬ ਲੈਣਾ ਹੈ ਨਾ, ਅਤੇ ਖੁਦ ਸ਼ਮਾ 'ਤੇ ਸੜ ਕੇ ਵੇਖੋ, ਸੜਨਾ ਪਵੇਗਾ। ਇਹਦਾ ਜਵਾਬ ਉਹ ਕਰੰਟ ਕੀ ਹੈ, ਉਹ ਸ਼ੋਅ ਕੀ ਹੈ, ਉਹ ਪ੍ਰਕਾਸ਼ ਕੀ ਹੈ, ਉਹ ਸਤਿਗੁਰੂ ਜੀ ਤਰਸ ਕਰਕੇ ਜਦੋਂ ਸਾਨੂੰ ਉਹ ਲਾਉਣਗੇ ਅਤੇ ਉਦੋਂ ਹੀ ਪਤਾ ਲੱਗਦਾ ਉਹ ਕਹਾਣੀ ਕੀ ਹੈ। ਕਿਧਰੇ ਉਹਨੂੰ ਪ੍ਰਕਾਸ਼ ਕਿਹਾ ਜਾਂਦਾ, ਕਿਧਰੇ ਧੰਨ ਗੁਰੂ ਨਾਨਕ ਸਾਹਿਬ ਦੇ ਦੀਦਾਰ ਕਹੇ ਜਾਂਦੇ ਹਨ, ਕਿਧਰੇ ਉਹ ਅਕਾਲ ਪੁਰਖ ਦੀ ਬਖਸ਼ਿਸ਼ ਉਹਦੇ ਨਾਂ ਨੇ, ਪਰ ਅਸਲ ਵਿੱਚ ਕੀ ਹੈ? ਉਹਦੀ ਬਖਸ਼ਿਸ਼, ਉਹਦੀ ਮਿਹਰ, ਕਿਹੜਾ ਰੂਪ ਹੈ, ਕੀ ਚੀਜ਼ ਹੈ, ਉਹ ਤਾਂ ਸਤਿਗੁਰੂ ਸਾਨੂੰ ਜਨਾਣ।
ਉਹਦੇ ਲਈ ਅਰਦਾਸਾਂ ਕਰੀਏ, ਸਤਿਗੁਰੂ ਸਾਡੀ ਝੋਲੀ ਵੀ ਉਹ ਪਿਆਰ ਦਾ ਕਿਣਕਾ ਪਾ ਜਿਹਦੇ ਬਾਰੇ ਸੁਣਦੇ ਹਾਂ। ਉਹ ਜਿਹੜਾ ਪ੍ਰਕਾਸ਼ ਸੀ ਉਹ ਦਾਤਾਂ ਮਿਲੀਆਂ ਨੇ ਸਤਿਕਾਰਯੋਗ ਬਾਬਾ ਬਿਸ਼ਨ ਸਿੰਘ ਜੀ ਖੁਰਾਂ ਤੋਂ। ਇੱਥੇ ਸੇਵਾ ਕਰਦੇ ਰਹੇ। 1907 ਨੂੰ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲੇ ਚੋਲਾ ਬਦਲ ਜਾਂਦੇ ਨੇ। ਚੋਲਾ ਬਦਲਣ ਤੋਂ ਪਹਿਲਾਂ ਹੀ ਵਿਦਿਆਰਥੀ ਆਪਾਂ ਗੱਲ ਕੀਤੀ ਸੀ ਸਤਿਕਾਰਯੋਗ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੇ ਜੀਵਨ ਦੀ ਗੱਲ ਕਰਦੇ ਹਾਂ, ਸੰਤ ਬਾਬਾ ਜਰਨੈਲ ਸਿੰਘ ਜੀ ਖੁਰਾਂ ਦੀ ਗੱਲ ਕਰਦੇ ਹਾਂ। ਮੈਂ ਫਿਰ ਦੁਹਰਾਨਾ ਵਾਂ ਇਹਨਾਂ ਗੱਲਾਂ ਨੂੰ। ਬੇਨਤੀ ਕਰ ਲੱਗਾ ਸੀ ਵੀ ਜਦੋਂ ਸਤਿਕਾਰਯੋਗ ਬਾਬਾ ਸੁੰਦਰ ਸਿੰਘ ਸਾਹਿਬ ਜੀ ਨੇ ਵੱਡਿਆਂ ਬਾਬਾ ਜੀ ਨੇ ਚੋਲਾ ਬਦਲਣ ਤੋਂ ਪਹਿਲਾਂ ਬਖਸ਼ਾਂ ਕੀਤੀਆਂ ਸੀ, ਵਰ ਦਿੱਤੇ ਸੀ, ਜਾਓ ਤੁਸੀਂ ਖੁਦ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨਾਲ ਜੁੜੋ, ਅੰਮ੍ਰਿਤ ਸੰਚਾਰ ਕਰੋ ਅਤੇ ਸੰਗਤਾਂ ਨੂੰ ਜੋੜੋ, ਨਸ਼ੇ ਛੁਡਾਓ। ਇਹ ਵਰ ਲੈ ਕੇ ਤੁਰੇ ਨੇ, ਪਰ ਇਹ ਵਰ ਲੈ ਕੇ ਇੱਕਦਮ ਪ੍ਰਚਾਰ ਕਰਨ ਲਈ ਨਹੀਂ ਤੁਰ ਪਏ ਬਾਬਾ ਜੀ। ਪੂਰਿਆਂ ਦੀਆਂ ਕਹਾਣੀਆਂ ਵੱਖਰੀਆਂ ਹੁੰਦੀਆਂ ਨੇ, ਕਿਉਂਕਿ ਨਿਸ਼ਾਨਾ ਕਿਸੇ ਨੂੰ ਪ੍ਰਚਾਰ ਕਰਨ ਦਾ ਨਹੀਂ, ਨਿਸ਼ਾਨਾ ਕਿਸੇ ਨੂੰ ਸਤਿਗੁਰੂ ਜੀ ਨਾਲ ਜੋੜ ਦੇਣਾ, ਅੰਦਰੋਂ ਜੋੜ ਦੇਣਾ, ਉਹਦਾ ਭਲਾ ਹੋਣਾ, ਉਸ ਰਾਹ 'ਤੇ ਤੋਰਨਾ। ਬਾਬਾ ਸੁੰਦਰ ਸਿੰਘ ਸਾਹਿਬ ਜੀ ਨੇ ਕਥਾ ਸ਼ੁਰੂ ਕੀਤੀ। ਇੱਕ ਗੁਰੂ ਗ੍ਰੰਥ ਸਾਹਿਬ ਦੀ ਪੂਰੀ ਕਥਾ ਮੁਰਾਲੇ ਵਿੱਚ ਕੀਤੀ ਸੀ। ਇੱਕ ਕਥਾ ਸਤਿਗੁਰੂ ਜੀ ਨੇ ਕਿਰਪਾ ਕਰਕੇ ਬਦਨੀ ਕਲਾਂ ਪਿੰਡ ਵਿਖੇ ਪੂਰੀ ਕਰਵਾਈ। ਦੇਖੋ ਕਿੰਨਾ ਸਮਾਂ ਲੱਗਾ ਹੋਵੇਗਾ, ਮਹੀਨੇ ਦੀ ਨਾ ਸਾਲਾਂ ਦੀ ਗੱਲ ਹੁੰਦੀ। ਫਿਰ ਇਸੇ ਤਰ੍ਹਾਂ ਇਹ ਕਥਾ ਪਸੌੜ ਪਿੰਡ ਜ਼ਿਲ੍ਹਾ ਪਟਿਆਲਾ ਵਿਖੇ ਕੀਤੀ ਗਈ। ਪਿਆਰਿਓ, ਪਰ ਇਹਦੇ ਨਾਲ ਨਾਲ ਚੱਲਦਾ ਕਿ ਮੁਰਾਲੇ ਕਥਾ ਕਰਨ ਤੋਂ ਬਾਅਦ ਜਿਵੇਂ ਬਾਬਾ ਬਿਸ਼ਨ ਸਿੰਘ ਜੀ ਖੁਰੇ ਕਰਦੇ ਸੀ, ਬਿਲਕੁਲ ਬਾਕੀ ਸਾਰਾ ਸਮਾਂ ਬਾਬਾ ਸੁੰਦਰ ਸਿੰਘ ਜੀ ਨੇ ਇਕਾਂਤ ਵਿੱਚ ਸਿਮਰਨ ਕਰਨਾ, ਬਸ ਕਥਾ ਦੇ ਸਮੇਂ ਹਾਜ਼ਰ ਹੋਣਾ ਹੈ। ਜੇ ਬਦਨੀ ਕਲਾ ਗਏ ਤਾਂ ਉੱਥੇ ਨੇੜੇ ਇੱਕ ਖੁੰਡਾ ਡੇਰ ਇਨਾਮੀ ਜਗ੍ਹਾ ਮਸ਼ਹੂਰ ਸੀ, ਉੱਥੇ ਚਲੇ ਜਾਣਾ। ਸਾਰਾ ਦਿਨ ਸਮਾਂ ਬਾਕੀ ਉੱਥੇ ਭਜਨ ਸਿਮਰਨ ਕਰਨਾ ਹੈ। ਅਭਿਆਸ ਕਰ ਰਹੇ ਨੇ ਨਾਲ ਨਾਲ, ਇਹ ਨਹੀਂ ਵੀ ਕੇਵਲ ਸੁਣਾ ਦਿੱਤੀ ਗੱਲ ਤੇ ਮੁੜ ਕੇ ਸੌਂ ਗਏ, ਨਹੀਂ। ਬਾਕੀ ਪੂਰਾ ਸਮਾਂ ਬੰਦਗੀ 'ਚ ਆਪਣੇ ਆਪ ਨੂੰ ਉੱਚਾ ਚੁੱਕ ਰਹੇ ਨੇ, ਉਹਦੇ ਨੇੜੇ ਹੋਣ ਦਾ ਹੋਰ ਯਤਨ। ਕਿਉਂਕਿ ਰੱਬ ਦੇ ਘਰ ਦੀ ਦਾਤ ਇਸ ਤਰ੍ਹਾਂ, ਜਿੰਨਾ ਕੋਈ ਭਜਨ ਕਰਦਾ ਉਹਦਾ ਹੋਰ ਕਰਨ ਨੂੰ ਜੀ ਚਾਹੁੰਦਾ ਹੈ। ਜਿੰਨਾ ਵਾਹਿਗੁਰੂ ਜੀ ਨੂੰ ਮਹਿਸੂਸ ਹੁੰਦੇ, ਉਹ ਹੋਰ ਉਹਦੀ ਭੁੱਖ ਉਹਦੀ ਵੱਧਦੀ ਤੁਰੀ ਜਾਂਦੀ ਹੈ। ਉਹ ਭੁੱਖ ਹੋਣ ਕਾਰਨ ਜਦੋਂ ਪਸੌੜ ਪਟਿਆਲੇ ਸਨ ਉਦੋਂ ਵੀ ਇਸੇ ਤਰ੍ਹਾਂ ਇਕਾਂਤ, ਪਰ ਜਦੋਂ ਭਿੰਡਰੀ ਪਿੰਡ ਆਏ ਨੇ ਉਦੋਂ ਬਾਹਰ ਬੌਲੀ 'ਤੇ 2 ਨਿੱਕੀਆਂ ਜਿਹੀਆਂ ਕੋਠੀਆਂ ਸਨ, ਉੱਥੇ ਬੈਠ ਕੇ ਅਭਿਆਸ ਸ਼ੁਰੂ ਕੀਤਾ ਹੈ। ਉੱਥੇ ਸਿਮਰਨ ਕੀਤਾ। ਸਿਮਰਨ ਕਰਦਿਆਂ ਕਿਹੜੇ ਕਿਹੜੇ ਰੰਗ ਲੱਗੇ ਤਾਂ ਉਹ ਜਾਣਦੇ ਨੇ ਨਾ। ਫਿਰ ਇੱਕ ਵਾਰੀ 388 ਚੱਕ ਨੰਬਰ ਲੈਲਪੁਰ ਵਿਖੇ ਗਏ, ਉੱਥੇ ਸਵਾ ਮਖੀਨਾ ਫਿਰ ਅਭਿਆਸ ਕੀਤਾ ਉਚੇਚਾ। ਉਦੋਂ ਕਥਾ ਨਹੀਂ ਕੀਤੀ, ਅਭਿਆਸ। ਫਿਰ 2 ਗੱਲਾਂ ਹੁੰਦੀਆਂ ਨੇ, ਇੱਕ ਆਪਣੀ ਅਰਦਾਸ ਅਤੇ ਦੂਸਰੀ ਉਹਦੀ ਮਿਹਰ। ਯਤਨ ਕਰਨਾ ਸਾਡਾ ਫਰਜ਼ ਏ, ਬਖਸ਼ਿਸ਼ ਝੋਲੀ ਵਿੱਚ ਪਾਣੀ ਉਹਦੀ ਕਿਰਪਾ ਹੈ ਦੋਨੋਂ ਪਾਸੇ ਉਹਦੀ ਕਿਰਪਾ, ਪਰ ਯਤਨ ਕਰਨ ਤੋਂ ਕਦੇ ਕੰਨੀ ਨਹੀਂ ਕਤਰਾਣੀ ਚਾਹੀਦੀ। ਤੁਸੀਂ ਵੇਖੋ ਬਾਬਾ ਸੁੰਦਰ ਸਿੰਘ ਸਾਹਿਬ ਜੀ ਜਿਨ੍ਹਾਂ ਨਾਲ ਜੁੜੇ ਮਾਤਾ ਪਿਤਾ ਅਭਿਆਸੀ ਨੇ, ਸਾਧੂ ਅਭਿਆਸੀ ਨੇ। ਬਾਬਾ ਬਿਸ਼ਨ ਸਿੰਘ ਜੀ ਪੂਰੇ ਕਿਵੇਂ ਦਿਨ ਰਾਤ ਜੁੜੇ ਵੀ ਗੁਰੂ ਨਾਨਕ ਸਾਹਿਬ ਦੇ ਸ਼ਬਦ ਤੋਂ ਇਲਾਵਾ ਕੁਝ ਹੋਰ ਉਹ ਵੇਖਣਾ ਹੀ ਨਹੀਂ ਚਾਹੁੰਦੇ, ਉਹਦੇ ਨਾਲ ਜੁੜਦੇ ਨੇ। ਫਿਰ ਖੁਦ ਉਹ ਅਭਿਆਸ ਕਰ ਰਹੇ ਨੇ, ਚਾਹੇ ਮੁਰਾਲੇ ਸਨ, ਚਾਹੇ ਬਦਨੀ ਕਲਾ ਸਨ, ਚਾਹੇ ਪਸੌੜ ਸਨ ਅਤੇ ਚਾਹੇ ਪਿੰਡ ਭਿੰਡਰੀ। ਫਿਰ ਹੁਣ ਲਾਇਲਪੁਰ ਚੱਕ ਚਲੇ ਗਏ। ਉੱਥੇ ਸਿਮਰਨ ਕਰਦਿਆਂ ਹੀ ਗੁਰੂ ਕਲਗੀਆਂ ਵਾਲੇ ਨੇ ਫਿਰ ਹੁਕਮ ਕੀਤਾ ਸੀ, ਹੁਣ ਦਿਨ ਰਾਤ ਪ੍ਰਚਾਰ ਕਰੋ, ਨਸ਼ੇ ਛਡਾਓ, ਲੋਕੀ ਨਸ਼ਿਆਂ 'ਚ ਗਰਕ ਹੋ ਰਹੇ ਨੇ, ਅੰਮ੍ਰਿਤ ਛਕਾਓ। ਗੁਰੂ ਕਲਗੀਆਂ ਵਾਲੇ ਪਿਤਾ ਦੇ ਘਰ ਨਾਲ ਹੁਣ ਜਿਹੜੀ ਦਾਤ ਜਿਨ੍ਹਾਂ ਦੇ ਭਾਗਾਂ ਵਿੱਚ ਲਿਖੀ, ਜਗਾਓ ਭਾਗ, ਜਗ੍ਹਾ ਜਗ੍ਹਾ ਜਾਗ ਕੇ ਇਹਨਾਂ ਨੇ ਅੱਗੋਂ 7 ਬਚਨ ਕੀਤਾ ਸੀ। ਪਰ ਫਿਰ ਵੀ ਅਜੇ ਅੰਦਰ ਰੁਕਿਆ ਨਹੀਂ। ਇਹਨਾਂ ਜ਼ਿਲ੍ਹਾ ਸ਼ੇਖਪੁਰਾ ਪਾਕਿਸਤਾਨ ਵਿੱਚ ਪਿੰਡ ਖਾਤਾ ਸੀ, ਉੱਥੇ ਜਾ ਕੇ ਅਭਿਆਸ ਉਸ ਤੋਂ ਵੀ ਕਰੜਾ ਕਰਨਾ ਸ਼ੁਰੂ ਕਰ ਦਿੱਤਾ। ਬਾਹਰ ਇਕਾਂਤ 'ਚ ਕਮਰਾ ਸੀ ਅਤੇ ਕੋਈ ਛਕਣ ਦਾ ਛਕਾਉਣ ਦਾ ਫੁਰਨਾ ਨਹੀਂ।
ਪਿਆਰ ਵਾਲਿਆਂ ਨੇ ਆਖਿਆ ਕੋਈ ਤੇ ਸੇਵਾ ਪ੍ਰਵਾਨ ਕਰੋ। ਇੱਕ ਆਲਾ ਜਿਹਾ ਬਣਾਇਆ ਸੀ। ਕਹਿੰਦੇ ਭਾਈ ਤੁਸੀਂ ਇੱਥੇ ਆਲੇ 'ਚ ਰੱਖ ਕੇ ਚਲੇ ਜਾਣਾ, ਜਿੰਨੀ ਸਾਨੂੰ ਲੋੜ ਹੋਏਗੀ ਅਸੀਂ ਸ਼ਕਲਾਂ ਕਰਾਂਗੇ, ਪਰ ਕਿਸੇ ਨੂੰ ਮਿਲਣਾ ਨਹੀਂ, ਤਾਂ ਕਿ ਪੂਰਾ ਸੁਰਤੀ ਜਿਹੜੀ ਏ ਸਤਿਗੁਰੂ ਜੀ ਦੇ ਸ਼ਬਦ ਵਿੱਚ ਹੀ ਜੁੜੀ ਰਵੇ, ਦੂਜਿਆਂ ਵੱਲ ਨਾ ਧਿਆਨ ਜਾਵੇ। ਇਹ ਸਾਰਾ ਕੁਝ ਸੁਤੇ ਸਿੱਧ ਵੀ ਹੁੰਦਾ ਹੈ। ਪਰਮੇਸ਼ਰ ਆਪ ਹੀ ਸੋਝੀ ਪਾਈ ਜਾਂਦੇ, ਆਪ ਹੀ ਉਹਨਾਂ ਨੇ ਕਰਨਾ ਹੁੰਦਾ ਹੈ। ਉਹ ਸਮੇਂ ਨਾਲ ਗੁਰਸਿੱਖਾਂ ਦਾ, ਸਾਧੂਆਂ ਦਾ ਮੇਲ ਵੀ ਕਰਾਉਂਦੇ। ਜਿਹੜੇ ਉਹਨਾਂ ਨੇ ਤਜਰਬੇ ਕਰਾਉਣੇ ਹੁੰਦੇ ਨੇ, ਉਹਨਾਂ ਤਜਰਬਿਆਂ ਵਿੱਚੋਂ ਵੀ ਲੰਘਾਉਣਾ ਹੁੰਦਾ ਹੈ। ਉਹਦਾ ਇੱਕ ਬਣਿਆ ਪੂਰਾ ਸਾਨੂੰ ਨਹੀਂ ਦਿਸਦਾ, ਪਰ ਹਰ ਬੰਦੇ ਦੇ ਜੀਵਨ ਨੇ ਕਿੱਥੋਂ ਕਿਹੜੇ ਮੋੜ ਆਉਣੇ ਪਰਮਾਤਮਾ ਨੇ ਲਿਖੇ ਹੋਏ ਨੇ। ਪਰ ਉਹਨਾਂ ਮੌਕਿਆਂ ਨੂੰ ਸਾਂਭਣਾ ਕਿਵੇਂ, ਗਵਾਚ ਕਿਵੇਂ ਜਾਂਦੇ ਨੇ, ਇਹ ਸਾਡੇ 'ਤੇ ਵੀ ਅਸੀਂ ਕਿੰਨਾ ਕੁ ਜਾਗ ਕੇ ਸੁਚੇਤ ਹੋ ਕੇ ਜ਼ਿੰਦਗੀ ਦੀ ਹਰ ਘਟਨਾ ਨੂੰ ਵੇਖਦੇ ਹਾਂ। ਜੇ ਬਾਣੀ ਨਾਮ ਨਾਲ ਜੁੜੇ ਰਹੀਏ ਤੇ ਹਰ ਘਟਨਾ ਰੱਬ ਦੇ ਨੇੜੇ ਕਰਨ ਵਿੱਚ ਸਹਾਇਕ ਹੁੰਦੀ। ਭਾਵੇਂ ਉਹ ਵੇਖਣ ਨੂੰ ਜਿੰਨੀ ਮਰਜ਼ੀ ਚੰਗੀ ਹੋਵੇ ਚਾਹੇ ਮਾੜੀ ਹੋਵੇ, ਉਹ ਸਹਾਈ ਹੋਏਗੀ ਹਰ ਚੀਜ਼। ਮੈਂ ਬੇਨਤੀ ਕਰਾਂ, ਸਤਿਕਾਰਯੋਗ ਬਾਬਾ ਸੁੰਦਰ ਸਿੰਘ ਸਾਹਿਬ ਜੀ ਜਦੋਂ ਪਿੰਡ ਖਾਤੇ ਜ਼ਿਲ੍ਹਾ ਸ਼ੇਖਪੁਰਾ ਵਿੱਚ ਵੀ ਅਭਿਆਸ ਕੀਤਾ ਨਾ, ਫਿਰ ਹੁਣ ਕਥਾ ਦੀਆਂ ਸੇਵਾਵਾਂ ਜਿਹੜੀਆਂ ਨੇ ਉਹ ਜਗ੍ਹਾ ਹੋਣੀਆਂ ਸ਼ੁਰੂ ਹੋਈਆਂ ਸੀ। ਮੋਟੇ ਦੇ ਤੌਰ 'ਤੇ ਗੱਲ ਕਰਨੀ ਹੋਵੇ, 15 ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਕਥਾ ਸਤਿਕਾਰਯੋਗ ਬਾਬਾ ਸੁੰਦਰ ਸਿੰਘ ਸਾਹਿਬ ਜੀ ਨੇ ਸੰਗਤਾਂ ਨੂੰ ਸੁਣਾਈ। ਪੂਰੀ ਕਥਾ 5-5 ਘੰਟੇ ਕਥਾ ਹੁੰਦੀ ਸੀ। ਪਿਆਰ ਵਾਲੇ ਕਿਵੇਂ ਬਹਿ ਕੇ ਸਿਦਕ ਨਾਲ ਸੁਣਦੇ ਸੀ। ਕਿੰਨਾ ਰਸ ਹੋਏਗਾ, ਕਿਸੇ ਦਾ ਉੱਠਣ ਨੂੰ ਜੀ ਨਹੀਂ ਸੀ ਚਾਹੁੰਦਾ। 5 ਕਥਾ ਗੁਰਪ੍ਰਤਾਪ ਸੂਰਜ, ਜਿਹਦੇ 'ਚ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੱਕ ਤੇ ਬਾਬਾ ਬੰਦਾ ਸਿੰਘ ਬਹਾਦਰ ਤੱਕ ਇਤਿਹਾਸ, ਉਹ ਪੂਰੀਆਂ ਕਥਾ 5 ਕਥਾ ਵੱਖ-ਵੱਖ ਜਗ੍ਹਾ 'ਤੇ ਸੰਗਤਾਂ ਨੂੰ ਸਰਵਣ ਕਰਾਈਆਂ ਗੁਰੂ ਇਤਿਹਾਸ ਦੀਆਂ। 3 ਕਥਾ ਦਸਮ ਗ੍ਰੰਥ ਦੀਆਂ ਬਾਬਾ ਜੀ ਹੋਰਾਂ ਨੇ ਸੰਗਤਾਂ ਨੂੰ ਸਰਵਣ ਕਰਾਈਆਂ ਸੀ। ਨਾਲੇ ਕਥਾ ਕਰਨੀ ਜਗ੍ਹਾ 'ਤੇ, ਨਸ਼ੇ ਛੁਡਾਣੇ, ਅੰਮ੍ਰਿਤ ਸੰਚਾਰ ਕਰਨੇ। ਪਹਿਲਾਂ ਕੁਝ ਸਮਾਂ ਇਕੱਲੇ ਵਿਚਰਦੇ ਸੀ, ਫਿਰ ਨਾਲ 10-20 ਸਿੰਘਾਂ ਨੂੰ ਹੁਕਮ ਹੋ ਗਿਆ ਵੀ ਉਹ ਨਾਲ ਰਹਿਣ ਲੱਗ ਪਏ। ਉਹ ਵੀ ਸਾਰੇ ਜਿਹੜੇ ਨਾਲ ਸੀ ਨਾ, ਉਹਨਾਂ ਦੀ ਇੱਛਾ 2 ਹੀ ਸਨ, ਬੰਦਗੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਘਰ ਦੀ ਵਿਦਿਆ ਪੜ੍ਹਨੀ, ਤਾਂ ਕਿ ਹੋਰ ਪ੍ਰਚਾਰਕ ਜੀਵਨ ਵਾਲੇ ਪੈਦਾ ਹੋਣ। ਪਰ ਜਿਹਨਾਂ ਨਾਲ ਤੁਰਨਾ ਹੁੰਦਾ ਸੀ ਨਾ, ਉਦੋਂ ਹਰ ਕੰਮ ਸਹਿਜ ਵਿੱਚ ਸੀ, ਕਾਹਲੀ ਨਹੀਂ ਸੀ। ਤੋ ਸਹਿਜ ਦੇ ਆਨੰਦ ਗੁਣ ਆਪਣੇ ਹੁੰਦੇ ਨੇ। ਜਿਹੜੇ ਨਾਲ ਸਿੰਘ ਸੀ ਉਹਨਾਂ ਨੂੰ ਹੁਕਮ ਸੀ ਵੀ ਜਿਨ੍ਹਾਂ ਨੇ ਸਾਡੇ ਨਾਲ ਜਗ੍ਹਾ ਜਾਣਾ ਹੈ, ਸੰਗਤ ਦਾ ਪ੍ਰਸ਼ਾਦ ਪਾਣੀ ਵੀ ਛਕਣਾ ਹੈ, ਅਤੇ ਆਪਾਂ ਨੂੰ ਨਿਤਨੇਮ ਤੋਂ ਇਲਾਵਾ ਹਰ ਸਿੱਖ ਜਿਹੜਾ ਨਾਲ ਵੀਰ ਸਾਡੇ ਤੁਰੇਗਾ ਸਿੰਘ, 25 ਜਪਜੀ ਸਾਹਿਬ ਦੇ ਪਾਠ ਉਹ ਜ਼ਰੂਰ ਰੋਜ਼ ਕਰੇ। ਜੇ ਜਪਜੀ ਸਾਹਿਬ ਦੇ 25 ਨਹੀਂ ਕਰ ਸਕਦਾ ਤੇ 33 ਮਾਲਾ ਮੂਲ ਮੰਤਰ ਦੀਆਂ ਰੋਜ਼ ਕਰੇ, ਜਾਂ ਇਹਦੀ ਜਗ੍ਹਾ 'ਤੇ 5 ਗ੍ਰੰਥੀ ਦਾ ਨਿਤਨੇਮ ਰੋਜ਼ ਕਰੇ, ਜਾਂ 25,000 ਗੁਰਮੰਤਰ ਦਾ ਜਾਪ ਹਰ ਰੋਜ਼ ਉਹ ਕਰੇ। ਹੁਣ ਜਿਹੜੇ ਸਿੰਘ ਇਹਨੀ ਬਾਣੀ ਪੜ੍ਹਦੇ ਇਹਨਾਂ ਦਾ ਧਿਆਨ ਕਿੱਧਰ ਜਾਏਗਾ? ਆਲੇ ਦੁਆਲੇ। ਇਹਨਾਂ ਦੇ ਅੰਦਰ ਨਹੀਂ ਸਿੱਧੀ ਉਹ ਵਿਦਿਆ ਜਾਏਗੀ, ਮਹਾਰਾਜ ਦੇ ਇੱਕ ਅੱਖਰ ਨਹੀਂ ਅੰਦਰ ਜਾਏਗਾ। ਭਲਾ ਉਹ ਬਖਸ਼ਾਂ ਨੂੰ ਕਿਉਂ ਨਹੀਂ ਮਾਨਣਗੇ? ਕਿਵੇਂ ਅੰਦਰ ਤਿਆਰ ਹੋਏਗਾ? ਬਾਬਾ ਜੀ ਜਦੋਂ ਕਥਾ ਕਰਦੇ ਸੰਗਤ ਬਹੁਤ ਆਉਂਦੀ। ਇੱਕ ਸਤਸੰਗੀ ਸੀ ਸਰਦਾਰ ਜੀ, ਇੱਕ ਦਿਨ ਉਹਨੂੰ ਬਹੁਤ ਉਦਾਸ ਵੇਖਿਆ। ਬਾਬਾ ਜੀ ਨੇ ਪੁੱਛਿਆ, ਸੰਗਤ ਵਿੱਚ ਆਉਣ ਵਾਲੇ ਤੇ ਸਾਰੇ ਖਿੜੇ ਹੁੰਦੇ, ਜੁੜੇ ਹੁੰਦੇ, ਤੁਸੀਂ 1-2 ਦਿਨ ਤੋਂ ਬੜਾ ਉਦਾਸ ਜੇ ਹੋ, ਚਿਹਰਾ ਉਤਰਿਆ ਜਿਹਾ ਹੋਇਆ ਹੈ, ਕੀ ਗੱਲ ਕਿਸੇ ਚੀਜ਼ ਦੀ ਘਾਟ? ਕਹਿਣ ਲੱਗੇ ਜੀ ਪਲੇਗ ਦੀ ਬਿਮਾਰੀ ਹੈ, ਭਤੀਜਾ ਗੱਜਣ ਸਿੰਘ ਜਵਾਨ ਹੈ, ਉਹਨੂੰ ਉਸ ਬਿਮਾਰੀ ਨੇ ਘੇਰ ਲਿਆ ਹੈ। ਡਾਕਟਰਾਂ ਵੈਦਾਂ ਵੱਲੋਂ ਕੁਛ ਵੀ ਨਹੀਂ ਇਸ ਤਰ੍ਹਾਂ ਦੀ ਮਿਲ ਰਹੀ ਸੋਚ ਵੀ ਉਹ ਬਚੇਗਾ। ਉਦਾਸ ਹਾਂ ਉਹਦੇ ਬਿਮਾਰੀ ਕਾਰਨ। ਕਹਿਣ ਲੱਗੇ ਨਹੀਂ, ਉਹ ਤਾਂ ਬਿਲਕੁਲ ਠੀਕ ਨੇ, ਤੁਸੀਂ ਤਾਂ ਐਵੇਂ ਫਿਕਰ ਕਰ ਰਹੇ ਹੋ, ਤੁਸੀਂ ਸੰਗਤ ਵਿੱਚ ਆਓ, ਸੇਵਾ ਕਰੋ, ਬਿਲਕੁਲ ਠੀਕ ਨੇ। ਉਹ ਸੇਵਾ ਵਿੱਚ ਲਾ ਲਏ। ਉਧਰ ਜਦੋਂ ਗਏ ਮੁੜ ਕੇ ਤੇ ਭਾਈ ਗੱਜਣ ਸਿੰਘ ਦੱਸਦੇ, ਮੈਨੂੰ ਬੇਖੁਸ਼ੀ ਦੀ ਹਾਲਤ ਵਿੱਚ ਕਿਸੇ ਚਿੱਟ ਕੱਪੜਿਆਂ ਵਿੱਚ ਮਹਾਂਪੁਰਖ ਦੇ ਦਰਸ਼ਨ ਹੋਏ। ਉਹ ਕਹਿੰਦਾ ਤੇਰੇ ਰੋਗ ਕੱਟੇ ਗਏ ਅਤੇ ਮੈਂ ਬਿਲਕੁਲ ਨਵਾਂ ਨਰੋਆ ਹੋ ਗਿਆ ਵਾਂ।
ਕਿਉਂਕਿ ਜਦੋਂ ਜੁੜਿਆ ਉਹਦੇ ਹਰ ਬਚਨ ਵਿੱਚੋਂ ਜਗਤ ਨੂੰ ਸੁੱਖ ਮਿਲਣਾ ਹੈ। ਰੋਗੀ ਦਾ ਰੋਗ ਕੱਟਿਆ ਜਾਂਦਾ, ਲੋੜਵੰਦਾਂ ਦੀ ਲੋੜ ਪੂਰੀ ਹੋ ਜਾਂਦੀ ਏ, ਭਜਨ ਬੰਦਗੀ ਵਾਲਿਆਂ ਨੂੰ ਉਹਦੀ ਖੁਰਾਕ ਮਿਲ ਜਾਂਦੀ ਏ, ਦੁੱਧ ਪੁੱਤ ਵਾਲਿਆਂ ਨੂੰ ਉਹ ਚੀਜ਼ਾਂ ਮਿਲ ਜਾਂਦੀਆਂ ਨੇ। ਜਿਹੋ ਜਿਹਾ ਕੋਈ ਭਾਵਨਾ ਲੈ ਕੇ ਆਵੇ ਉੱਦਾਂ ਦੀਆਂ ਦਾਤਾਂ ਉਹਨਾਂ ਦੀ ਝੋਲੀ ਉਹਨਾਂ ਦੇ ਕੋਲੋਂ ਪੈ ਜਾਂਦੀਆਂ, ਕਿਉਂਕਿ ਪ੍ਰਭ ਜੀ ਬਸੈ ਸਾਧ ਕੀ ਰਸਨਾ। ਇੱਕ ਵਾਰ ਪਿੰਡਰੀ ਪਿੰਡ ਗਏ ਤਾਂ ਉਹਨਾਂ ਨੂੰ ਪੁੱਛਿਆ, ਸਾਨੂੰ ਕੋਈ ਬਾਬਾ ਸੁੰਦਰ ਸਿੰਘ ਸਾਹਿਬ ਜੀ ਦੀ ਗੱਲਬਾਤ ਸੁਣਾਓ, ਤੁਹਾਡੇ ਪਿੰਡ ਵਿੱਚ ਬਹੁਤ ਚਿਰ ਰਹਿ ਅਭਿਆਸ ਕੀਤਾ। ਉਹਨਾਂ ਨੇ ਕਹਿੰਦੇ ਜਦੋਂ ਸ਼ੁਰੂ ਕੀਤਾ ਨਾ ਅਤੇ ਅਸੀਂ ਸਾਰੇ ਤੰਬਾਕੂ ਪੀਣ ਵਾਲੇ, ਹੁੱਕਿਆਂ ਦਾ ਬਹੁਤ ਰਿਵਾਜ ਸੀ, ਅਤੇ ਉਹਨਾਂ ਨੇ ਜਦੋਂ ਕਿਧਰੇ ਕੀਰਤਨ ਕਰਨਾ, ਕੀਰਤਨ ਉਸ ਜਿਹੜੇ ਸੀ ਨਾ ਪਹਿਲੇ ਸਾਰੇ ਮਹਾਂਪੁਰਸ਼ ਗਾ ਕੇ ਜਿਵੇਂ ਧਾਰਨਾ ਟਾਈਪ ਕਰੀਦੇ ਇਸ ਤਰ੍ਹਾਂ ਨਾਲ ਗਾਉਣੀ, ਜਾਂ ਗੁਰਬਾਣੀ ਜਦੋਂ ਗਾਉਣੀ ਰਲ ਕੇ ਅਤੇ ਉਹ ਕੀਰਤਨ ਬਣ ਜਾਂਦਾ ਹੈ। ਅਤੇ ਕਹਿੰਦੇ ਉਹਨਾਂ ਨੇ ਜਦੋਂ ਗਾਉਣਾ ਤਾਂ ਇੰਨਾ ਚੰਗਾ ਲੱਗਣਾ, ਅਤੇ ਅਸੀਂ ਸਾਰੇ ਪਿੰਡ ਵਾਲੇ ਬਜ਼ੁਰਗਾਂ ਨੇ ਕਹਿਣਾ ਵੀ ਸਾਨੂੰ ਉਹ ਸੁਣਾਓ ਜਿਹੜੇ ਗੀਤ ਜੇ ਤੁਸੀਂ ਸੁਣਾਉਂਦੇ ਹੋ। ਉਹਨਾਂ ਨੇ ਕਹਿਣਾ ਮੈਂ ਸੁਣਾਵਾਂਗਾ, ਪਰ ਜੇ ਤੁਸੀਂ ਹੁੱਕੇ ਛੱਡੋਗੇ। ਅਸੀਂ ਕਹਿਣਾ ਚਲੋ ਅਸੀਂ ਹੁੱਕੇ ਛੱਡੇ, ਨਹਾ ਧੋ ਕੇ ਆਓ। ਅਤੇ ਕਹਿੰਦੇ ਅਸੀਂ ਬਹਿਣਾ, ਕਹਿਣਾ ਵੀ ਤੁਸੀਂ ਸਵੇਰੇ ਆਓ, ਪਹਿਲਾਂ ਸ਼ਾਮਾਂ ਨੂੰ ਇਕੱਠੇ ਕਰਨਾ, ਫਿਰ ਸਵੇਰੇ ਆਉਣ ਲੱਗ ਪਏ। ਜਿਹੜਾ ਸੁਣ ਲੈਂਦਾ ਸੀ ਉਹ ਇੰਨਾ ਕੁ ਰਸ ਵਿੱਚ ਚਲਾ ਜਾਂਦਾ ਸੀ, ਮੁੜ ਕੇ ਹੁੱਕੇ ਕਿੰਨੇ ਪੀਣੇ ਅਤੇ ਕਿੰਨੇ ਨਸ਼ੇ। ਅੰਮ੍ਰਿਤ ਸੰਚਾਰ ਕਰਨੇ ਕਕਾਰ ਕੋਈ ਨਾ ਮਿਲੇ, ਹੁਣ ਵਾਂਗੂ ਕਾਰਖਾਨੇ ਨਹੀਂ ਸੀ ਨਾ ਬਹੁਤੇ, ਅਤੇ ਕਈ ਕੁਝ ਮੁਸ਼ਕਿਲਾਂ ਆਉਣੀਆਂ। ਕਈ ਵਾਰਾਂ ਕਹਿਣਾ ਅੰਮ੍ਰਿਤ ਤੁਸੀਂ ਛਕ ਲਓ, ਜਿਹੜੇ ਕਕਾਰ ਕੇਸ 'ਤੇ ਖੈਣੀ ਕਸ਼ਹਿਰਿਆਂ ਜੀ ਕਿਰਪਾਨਾਂ ਜੀ ਨਹੀਂ ਮਿਲਦੀਆਂ, ਫਿਰ ਮਿਲ ਜਾਣਗੀਆਂ। ਮਤਲਬ ਤਿਆਰੀ ਹੁੰਦੀ ਸੀ ਕਾਹਲੀ, ਕਿਉਂਕਿ ਪਤਾ ਸੀ ਵੀ ਜੋ ਬਚਨ ਮਹਾਰਾਜ ਦੀ ਹਜ਼ੂਰੀ 'ਚ ਹੋ ਗਿਆ ਉਹ ਪੂਰਾ ਹੋਣਾ ਹੀ ਹੈ ਅਤੇ ਸੰਗਤਾਂ ਨੂੰ ਲਾਭ ਹੋਣਾ ਹੀ ਹੈ। ਗੱਲ ਕਰ ਰਹੇ ਸੀ 1927 ਨੂੰ 101 ਅਖੰਡ ਪਾਠ ਸਾਹਿਬ ਰੱਖਣ ਦਾ ਪ੍ਰੋਗਰਾਮ ਬਣਾ ਲਿਆ। ਪਾਠ ਤੇ ਇੱਕ ਕਰਾਉਣਾ ਮੁਸ਼ਕਿਲ ਹੁੰਦਾ ਸੀ, ਉਦੋਂ ਸਮੇਂ ਇਹੋ ਜਿਹੇ ਸਨ, ਮਾਇਕ ਤੌਰ 'ਤੇ ਬੰਦੇ ਬਹੁਤੇ ਖੁਸ਼ਹਾਲ ਨਹੀਂ ਸਨ। ਜਦੋਂ ਹਾਲਾਤ ਬਣੇ 101 ਪਾਠ ਕਰਨਾ, ਅੰਮ੍ਰਿਤ ਸੰਚਾਰ ਇਹਨਾਂ ਪਾਠਾਂ ਦੇ ਦਰਮਿਆਨ ਹੁੰਦੇ ਰਹੇ, ਪਰ ਜਦੋਂ ਭੋਗ ਪੈਣਾ ਸੀ ਉਦੋਂ 1500 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ ਸੀ। 1500 ਪ੍ਰਾਣੀਆਂ ਨੇ, ਪਰ ਉੱਦਾਂ ਕਿੰਨਿਆਂ ਕੁ ਨੂੰ ਛਕਾਇਆ ਉਹਨਾਂ ਦੀ ਗਿਣਤੀ ਥੋੜ੍ਹਾ ਕੁ ਹੈ। ਸਤਿਗੁਰੂ ਜੀ ਦੀ ਕਿਰਪਾ ਨਾਲ ਬਾਬਾ ਸੁੰਦਰ ਸਿੰਘ ਸਾਹਿਬ ਜੀ ਨੇ, ਕਿਉਂਕਿ ਇੰਨੀ ਕਮਾਈ ਵਾਲੇ ਮਹਾਂਪੁਰਖ ਦਾ ਇੱਕ ਇੱਕ ਬਚਨ ਅੰਮ੍ਰਿਤਮਈ ਬਚਨ ਹੁੰਦੇ ਨੇ। ਜਿੱਧਰ ਤੱਕਣਗੇ ਅੰਮ੍ਰਿਤ ਦ੍ਰਿਸ਼ਟ ਪੇਖੈ ਕੋਈ ਸੰਤ ਹੁੰਦੇ ਨੇ, ਜਿੱਧਰ ਕਦਮ ਤਰਨਗੇ ਉਸ ਧਰਤੀ ਦੇ ਭਾਗ ਜਾਗਦੇ ਜਾਂਦੇ ਨੇ। ਸਤਿਕਾਰਯੋਗ ਬਾਬਾ ਸੁੰਦਰ ਸਿੰਘ ਸਾਹਿਬ ਜੀ ਨੇ 1930 15 ਫਰਵਰੀ ਤੱਕ ਇਸ ਜਗਤ ਵਿੱਚ ਰਹਿ ਕੇ ਇਸ ਜਗਤ ਦੀ ਝੋਲੀ ਸਤਿਗੁਰੂ ਜੀ ਦਾ ਉਪਦੇਸ਼ ਪਾਇਆ ਸੀ। ਪਿਆਰਿਓ, ਬਾਬਾ ਸੁੰਦਰ ਸਿੰਘ ਸਾਹਿਬ ਜੀ 3 ਬਚਨ ਕਹਿੰਦੇ ਸੀ, ਹਮੇਸ਼ਾ ਯਾਦ ਰੱਖੋ। ਉਹਨਾਂ ਨੇ ਇਹ ਸੇਵਾ ਪ੍ਰਚਾਰ ਦੀ ਫਿਰ ਸਤਿਕਾਰਯੋਗ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਨੂੰ ਬਖਸ਼ਿਸ਼ ਕੀਤੀ ਸੀ, ਅਤੇ 3 ਬਚਨ ਸਨ ਸੰਗਤ ਨੂੰ ਵੀ ਅਤੇ ਸਿੰਘਾਂ ਨੂੰ ਵੀ, ਭਈ 3 ਗੱਲਾਂ ਬਾਰ-ਬਾਰ ਕਰਿਆ ਕਰਦੇ। ਕਹਿੰਦੇ ਇਹਨਾਂ ਨੂੰ ਕਦੇ ਨਾ ਭੁੱਲਣਾ ਜੀ। ਪਹਿਲੀ ਹੈ ਉਹ ਪੜ੍ਹਿਆ ਕਰਦੇ ਮਿਲਵੇ ਕਿ ਮੈਂ ਮਾ ਬਰਨ ਨਾ ਸਾਕੂੰ ਨਾਨਕ ਪਰੈ ਪਰਿਲਾ। ਕਹਿੰਦੇ ਮਿਲ ਕੇ ਰਹਿਣਾ ਹੈ, ਕਿਉਂਕਿ ਫੁੱਟ ਪੈ ਜਾਂਦੀ ਨਾ ਜਗ੍ਹਾ ਜਗ੍ਹਾ 'ਤੇ ਖੋਮੇ ਦੀ ਫੁੱਟ। ਕਹਿੰਦੇ ਮਿਲਣਾ ਅੰਦਰੋਂ ਗੁਰੂ ਸ਼ਬਦ ਨੂੰ ਮਿਲ ਕੇ ਰਹਿਣਾ, ਅਤੇ ਬਾਹਰੋਂ ਸਾਰਿਆਂ ਨਾਲ ਆਪਣਾ ਮੇਲ ਮਿਲਾਪ ਰੱਖਣਾ। ਦੂਜਾ ਬਚਨ ਇਹ ਕਰਿਆ ਕਰਦੇ ਸਨ, ਸਾਰੇ ਗੁਰਸਿੱਖ ਇੱਕੋ ਪੰਗਤ ਵਿੱਚ ਬੈਠ ਕੇ ਪ੍ਰਸ਼ਾਦ ਛਕਣਾ, ਕਦੇ ਆਪਣੇ ਆਪ ਨੂੰ ਵੱਡਾ ਅਤੇ ਦੂਸਰੇ ਨੂੰ ਛੋਟਾ ਨਾ ਸਮਝਣਾ। ਬਹੁਤ ਵੱਡੀਆਂ ਗੱਲਾਂ ਨੇ। ਬਰਾਬਰ ਬਹਿਣਾ, ਸਾਰਿਆਂ ਨੂੰ ਇੱਕੋ ਜਿਹਾ ਪਿਆਰ ਮਿਲੇਗਾ। ਤੀਸਰਾ ਬਚਨ ਸੀ, ਕੋਈ ਵੀ ਬੰਦਗੀ ਵਾਲੀ ਰੂਹ ਕਿਸੇ ਮਜ਼ਹਬ ਧਰਮ ਦਾ ਹੋਵੇ, ਕਦੇ ਵਿਤਕਰਾ ਨਹੀਂ ਕਰਨਾ, ਬਰਾਬਰ ਅਦਬ ਅਤੇ ਸਤਿਕਾਰ ਕਰਿਆ ਜੀ। ਝਾਤੀ ਮਾਰੀਏ ਕੀ ਗੱਲਾਂ ਅੱਜ ਸਾਡੇ ਅੰਦਰ ਇਹ ਕਹਿਣ, ਉਹਨਾਂ ਦੇ ਜੀਵਨ ਜਾਂ ਉਹਨਾਂ ਦਾ ਨਾਂ ਲੈਣ ਵਾਲੇ ਜਿਤਨੇ ਵੀ ਕੋਈ ਵੀਰ ਭੈਣ ਨੇ, ਜਿਹੜੇ ਉਹਨਾਂ ਤੋਂ ਸਿੱਖਿਆ ਲੈਂਦੇ ਨੇ, ਸੋਚਿਆ ਕਰੀਏ ਇਹ ਗੱਲਾਂ ਸਾਡੇ 'ਚ ਗੁਣ ਹਨ। ਜੇ ਸਾਡੇ ਅੰਦਰ ਕਿਸੇ ਦੂਸਰੇ ਨੂੰ ਵੇਖ ਕੇ ਨਫ਼ਰਤ, ਤੇ ਅਸੀਂ ਕਾਹਦਾ ਸਾਧੂ ਨੂੰ ਪਿਆਰ ਕਰਦੇ ਹਾਂ।
ਜੇ ਸਾਡੇ ਅੰਦਰ ਗੁਰੂ ਸ਼ਬਦ ਨੂੰ ਮਿਲਣ ਦਾ ਜਾਂ ਉਹਨਾਂ ਨੂੰ ਵੇਖ ਕੇ ਅਭਿਆਸ ਕਰਨ ਦਾ ਚਾਅ ਨਹੀਂ, ਅਸੀਂ ਨਹੀਂ ਰੋਜ਼ ਸਮਾਂ ਕੱਢਦੇ। ਤੇ ਪਿਆਰਿਓ, ਕਾਹਦਾ ਪਿਆਰ, ਜਿੰਨੇ ਰੌਲੇ ਨੇ ਨਾ ਅਭਿਆਸ ਨਾ ਹੋਣ ਕਰਕੇ ਹੀ ਨੇ। ਭਾਵੇਂ ਕੋਈ ਕਿਸੇ ਵੀ ਸਾਧੂ ਸੰਸਥਾ ਨਾਲ ਜੁੜਿਆ ਹੈ, ਚਾਹੇ ਸ੍ਰੀ ਅਕਾਲ ਤਖਤ ਸਾਹਿਬ ਨਾਲ ਜੁੜਿਆ ਸਿੱਧਾ, ਕਿਸੇ ਵੀ ਰੂਪ ਵਿੱਚ ਜਿੱਥੇ ਜਿੱਥੇ ਕੋਈ ਹੈ, ਜਿਹੜਾ ਭਜਨ ਬੰਦਗੀ ਦੇ ਰਸਤੇ 'ਤੇ ਤੁਰੇਗਾ ਤੇ ਰੌਲੇ ਮੁੱਕਣੇ ਜੇ ਇੱਧਰ ਨਹੀਂ ਪਿੱਛੇ ਖੋਮੇ ਵੀ, ਉਹਨੇ ਕਦੇ ਵੀ ਫੁੱਟ ਤੋਂ ਬਚਨ ਨਹੀਂ ਦੇਣਾ। ਉੱਥੇ ਝਗੜੇ ਹੀ ਨੇ। ਮੈਂ ਬੇਨਤੀ ਕਰ ਰਿਹਾ ਸਾਂ, 3 ਗੱਲਾਂ 'ਤੇ ਪਹਿਰਾ ਦਿੰਦੇ। ਆਪ ਉਹ ਲਿਬਾਸ ਬੜਾ ਸਧਾਰਨ ਰੱਖਦੇ ਸਨ, ਉੱਪਰ ਇੱਕ ਚਾਦਰ ਲੈਣੀ, ਤੇੜ ਕਸ਼ਹਿਰਾ ਸਿਰ 'ਤੇ ਦਸਤਾਰ ਰੱਖਣੀ, ਤੇ ਜਦੋਂ ਕਕਾਰ 'ਤੇ ਪਹਿਨਣੇ ਨੇ ਕਿਰਪਾਨ ਖੈ। 2 ਸਾਧੂਆਂ ਨੇ ਇੱਕ ਵਾਰੀ ਬਹੁਤ ਵਾਰੀ ਆ ਕੇ ਪੁੱਛਿਆ, ਮਹਾਂਪੁਰਖੋ, ਇਹਨਾਂ ਇੱਕ ਪਾਸੇ ਕਫਣੀ ਜੀ ਪਾ ਕੇ ਰੱਖਣੀ ਚਾਦਰ ਦੀ, ਤੇ ਦੂਸਰੇ ਪਾਸੇ ਨਾਲ ਕਿਰਪਾਨ, ਇਹਨਾਂ ਦਾ ਕੋਈ ਮੇਲ ਤੇ ਨਹੀਂ। ਕਿਰਪਾਨਾਂ ਵਾਲੇ ਕਫਣੀਆਂ ਨਹੀਂ ਪਹਿਨਦੇ ਤੇ ਕਫਣੀਆਂ ਵਾਲੇ ਕਿਰਪਾਨਾਂ ਵੀ ਨਹੀਂ ਤੇ ਕਸ਼ਹਿਰਾ ਵੀ ਨਹੀਂ। ਤੁਸੀਂ ਇਹ ਦੋਨਾਂ ਚੀਜ਼ਾਂ ਨੂੰ ਇਕੱਠੀਆਂ ਕੀਤਾ ਹੈ। ਕਹਿੰਦੇ ਬੋਲਿਓ, ਦੋਨੋਂ ਚੀਜ਼ਾਂ ਇਕੱਠੀਆਂ ਨੇ। ਕਫਣੀ ਹੈ ਅੰਦਰ ਦੀਆਂ ਵਾਸ਼ਨਾਵਾਂ ਨੂੰ ਜਿੱਤ ਲੈਣ ਦਾ ਚਿੰਨ੍ਹ ਹੈ, ਵੀ ਉਹਦੀ ਕਿਰਪਾ ਨਾਲ ਉਹ ਵਿਸ਼ੇ ਵਿਕਾਰਾਂ ਤੋਂ ਉਹ ਬਚਾ ਕੇ ਰੱਖਦਾ। ਕੋਈ ਪਕੜ ਨਹੀਂ, ਵਿਸ਼ੇ ਵਿਕਾਰ ਕੀ ਦੁਨੀਆ ਦੀ, ਸੰਸਾਰ ਦੀ ਪਕੜ ਨਹੀਂ ਹੈ। ਕਿਰਪਾਨ ਜਦੋਂ ਕੋਈ ਰੱਬ ਦੀ ਬਣਾਈ ਰਚਨਾ 'ਤੇ ਜ਼ੁਲਮ ਕਰੇ, ਉਹਦੀ ਰਾਖੀ ਲਈ ਅਸੀਂ ਤਿਆਰ ਪਰ ਤਿਆਰ ਹਾਂ। ਗੁਣ ਹੁੰਦੇ ਨੇ ਬੇਅੰਤ ਸੰਗਤਾਂ ਨੂੰ ਰੰਗ ਲੱਗੇ ਨਾਮ ਜਪਣ ਦੇ, ਮਹਾਰਾਜ ਦੇ ਘਰ ਨਾਲ ਜੁੜਨ ਦੇ। ਬਹੁਤ ਸੰਗਤਾਂ ਨੇ ਬਾਣੀ ਪੜ੍ਹਨੀ ਸਿੱਖੀ, ਪਰ ਸਤਿਗੁਰੂ ਜੀ ਦਾ ਜਿਵੇਂ ਹੁਕਮ ਹੁੰਦਾ ਏ ਪਿਆਰਿਓ, ਇਸੇ ਤਰ੍ਹਾਂ ਸਮਾਂ ਚੱਲਦਾ ਰਿਹਾ। ਪੰਥ ਵੱਲੋਂ ਜਦੋਂ ਹੁਕਮ ਆਉਣਾ ਨਾ, ਉਹਨੂੰ ਕੋਈ ਨਹੀਂ ਕਦੇ ਕੋਈ ਮੋੜਦਾ ਸੀ, ਤੇ ਨਾ ਅੱਜ ਹੀ ਮੋੜਨਾ ਚਾਹੀਦਾ। ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਹਮਣੇ ਹਰ ਕਿਸੇ ਨੂੰ ਅਦਬ ਨਾਲ ਸਿਰ ਝੁਕਾਉਣਾ ਚਾਹੀਦਾ। ਜੋ ਵੀ ਹੁਕਮ ਆਵੇ ਕਦੇ ਉਹਦੇ ਤੋਂ ਮਨੁੱਕਰ ਨਾ ਖੋਈਏ, ਰਹੀਏ ਜਿੱਥੇ ਮਰਜੀ। ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਹੁਕਮ ਆਇਆ, ਪੰਥ 'ਤੇ ਭੀੜਾ ਏ, ਬਹੁਤ ਮੁਸੀਬਤਾਂ ਨੇ, ਬਹੁਤ ਸਾਰੇ ਸਿੰਘ ਜੇਲ੍ਹਾਂ ਵਿੱਚ ਨੇ, ਉੱਥੇ ਵੀ ਉਹਨਾਂ ਦੇ ਉੱਪਰ ਜ਼ੁਲਮ ਹੋ ਰਹੇ ਨੇ। ਇੱਕ ਦਿਨ ਸਾਰਾ ਪੰਥ ਅੱਜ ਕੁਝ ਖਾਵੇ ਨਾ, ਭੁੱਖਾ ਰਵੇ, ਤੇ ਵੱਧ ਤੋਂ ਵੱਧ ਬਾਣੀ ਪੜ੍ਹੇ ਤੇ ਸਮਾਗਮ ਰੱਖੇ ਜਾਣ। ਉਹਦੇ ਨਾਲ ਕਈ ਕੁਛ ਲਾਭ ਹੁੰਦੇ। ਇੱਕ ਤਾਂ ਜਾਗ ਪੈਂਦਾ, ਹਰ ਪੰਥ ਦਾ ਮੈਂਬਰ ਨੂੰ ਅਹਿਸਾਸ ਹੁੰਦਾ ਹੈ ਮੈਂ ਸ੍ਰੀ ਅਕਾਲ ਤਖਤ ਸਾਹਿਬ ਆਵਾਂ। ਦੂਜਾ ਬਾਣੀ ਪੜ੍ਹੇਗਾ, ਇਕੱਠੇ ਹੋਣਗੇ, ਧਿਆਨ ਇਕੱਠਾ ਹੋ ਕੇ ਅਰਦਾਸਾਂ ਕਰਨਗੇ, ਉਹਦੇ ਘਰ ਪਹੁੰਚਦੀਆਂ ਨੇ। ਮੋਗੇ ਸਮਾਗਮ ਸੀ, 15,000 ਦਾ ਇਕੱਠ ਹੋਣਾ ਸੀ, ਬਹੁਤ ਭਾਰੀ। ਤਾਂ ਉਦੋਂ ਸਾਰਿਆਂ ਨੇ ਸਲਾਹ ਕੀਤੀ, ਇਸ ਦੀਵਾਨ ਵਿੱਚ ਸਤਿਕਾਰਯੋਗ ਬਾਬਾ ਸੁੰਦਰ ਸਿੰਘ ਸਾਹਿਬ ਜੀ ਨੂੰ ਬੇਨਤੀ ਕਰੀਏ। ਬੇਨਤੀ ਕਰਨ ਗਏ ਭਈ ਅੱਜ ਦੇ ਦੀਵਾਨ ਵਿੱਚ ਹਾਜ਼ਰੀ ਭਰੋ, 7 ਬਚਨ ਨਾਲੇ ਹੁਕਮ ਸੀ, ਛਕਣਾ ਕੁਝ ਨਹੀਂ। 2 ਗੱਲਾਂ ਹੋ ਗਈਆਂ ਨਾ, ਇੱਕ ਛਕਣਾ ਨਹੀਂ ਤੇ ਦੂਸਰਾ ਬੋਲਣਾ ਹੈ। ਪਿੰਡਰਾਂ ਪਿੰਡ ਤੋਂ ਮੋਗੇ ਤੱਕ ਪੈਦਲ ਚੱਲ ਕੇ ਆਏ, ਹੁਣ ਇੱਕ ਪੈਦਲ ਚੱਲੇ ਨੇ, ਇੱਕ ਭੁੱਖੇ ਨੇ, ਛਕਿਆ ਕੁਝ ਨਹੀਂ। ਪੰਥ ਦਾ ਹੁਕਮ ਹੈ ਜੇ ਨਹੀਂ ਛਕਣਾ। ਆ ਕੇ ਦੀਵਾਨ ਅੰਦਰ 5 ਘੰਟੇ ਦਾ ਦੀਵਾਨ ਸੀ। 5 ਘੰਟੇ ਦੇ ਦੀਵਾਨ ਵਿੱਚ ਸਤਿਗੁਰੂ ਦੀਆਂ ਕਹਾਣੀਆਂ, ਕੀਰਤਨ, ਕਥਾ, ਬਚਨ ਸੁਣਾ ਕੇ ਉੱਠੇ ਨਾ ਤੇ ਠੰਡਾ ਪਾਣੀ ਛਕ ਲਿਆ। ਉਹ ਠੰਡੇ ਪਾਣੀ ਨਾਲ ਸਰੀਰ ਢਿੱਲਾ ਹੋ ਗਿਆ। ਬਿਧ ਬੰਨੀ ਸੀਗੀ, ਬਸ ਉਹ ਸਰੀਰ ਢਿੱਲਾ ਹੀ ਹੁੰਦਾ ਗਿਆ। ਲੁਧਿਆਣੇ ਲੈ ਗਏ। ਫਿਰ ਸਿੰਘ ਉਦਾਸ ਸੰਗਤਾਂ ਬਹੁਤ ਨੇ, ਕਹਿੰਦੇ ਸਾਨੂੰ ਹੁਕਮ ਕੀਤਾ ਬੋਪਾ ਰਾਏ ਲੈ ਚੱਲੋ। ਉਸ ਪਿੰਡ ਨਾਲ ਬਹੁਤ ਪਿਆਰ ਸੀ। ਬੋਪਾ ਰਾਏ ਵਿਖੇ ਸਤਿਗੁਰੂ ਦੀਆਂ ਕਥਾ ਕਹਾਣੀਆਂ ਦਾ ਖੁੱਲ੍ਹਾ ਸਮਾਂ ਮਹੀਨਿਆਂ 32 ਸਾਲਾਂ ਬੱਧੀ ਦਾ ਮਿਲਿਆ ਸੀ। ਜਦੋਂ ਬੋਪਾ ਰਾਏ ਲਿਆਂਦਾ ਤੇ ਕਹਿਣ ਲੱਗੇ ਹੁਣ ਸਾਡਾ ਸਮਾਂ ਆ ਗਿਆ, ਸਾਡੀ ਤਿਆਰੀ ਹੈ। ਸਰੋਂ ਦੇ ਫੁੱਲ ਖਿੜੇ ਸਨ। ਫੁੱਲ ਨੂੰ ਵੇਖ ਕੇ ਇੰਝ ਖੱਸੇ ਜਿਵੇਂ ਛੋਟੇ ਜਿਹੇ ਬੱਚੇ ਦਾ ਨਿਰਮਲ ਖਾਸਾ ਹੁੰਦਾ। ਖੁਸ਼ ਹੋ ਗਏ, ਕਹਿੰਦੇ ਵੇਖੋ ਸਿੰਘੋ, ਫੁੱਲ ਕਿਵੇਂ ਖਿੜਿਆ ਜੀ, ਸਾਨੂੰ ਸਿਣਿਆਂ ਦੇ ਰਿਹਾ ਹੈ। ਤੁਸੀਂ ਪ੍ਰੀਤਮ ਦੇ ਦੇਸ਼ ਜਾਣਾ ਹੈ, ਜਿਵੇਂ ਬਸੰਤ ਆਈ ਏ, ਇਹ ਸਰੋਂ ਦਾ ਫੁੱਲ ਖਿੜਿਆ, ਤੁਸੀਂ ਖਿੜ ਜਾਓ ਸਾਰੇ। ਬਸ ਉਸ ਤੋਂ ਬਾਅਦ ਖਿੜਦੇ ਖਿੜਦੇ ਹੀ 15 ਫਰਵਰੀ 1930 ਨੂੰ ਸਵੇਰੇ 8 ਵਜੇ ਬਾਬਾ ਸੁੰਦਰ ਸਿੰਘ ਸਾਹਿਬ ਜੀ ਝੋਲਾ ਬਦਲ ਜਾਂਦੇ ਨੇ। ਇਹਨਾਂ ਨੂੰ ਸਮਾਂ ਥੋੜ੍ਹਾ ਜਿਹਾ ਮਿਲਦਾ ਹੈ, ਪਰ ਥੋੜ੍ਹੇ ਸਮੇਂ ਵਿੱਚ ਕਿੱਡੇ ਵੱਡੀਆਂ ਕਮਾਈਆਂ, ਕਿੰਨੀ ਸਿੱਖਿਆ, ਕਿੰਨੇ ਪ੍ਰਾਣੀਆਂ ਨੂੰ
जोड़ के ते एक नवीं परंपरा प्यारे वो जिहड़ी टकसाल दी अगे तुर पई। सत्कारयोग संत ਗਿਆਨੀ गुरबचन सिंह जी ते जो बख्शियां खोईयां उन्हां दा जिक्र भी आपां ਜ਼ਰੂਰ ਕਰਾਂਗੇ ਤੇ ਉਹਨਾਂ ਦੇ ਜੀਵਨ ਦੇ ਵਿੱਚੋਂ ਵੀ ਕੁਝ ਝਾਕੀਆਂ ਆਪ ਜੀ ਨਾਲ ਸਾਂਝੀਆਂ ਕਰਾਂਗੇ। ਆਓ ਗੁਰੂ ਕੇ ਪਿਆਰਿਓ ਆਪਾਂ ਵੀ ਯਤਨ ਕਰੀਏ, ਹੋਰ ਗੱਲਾਂ ਸਾਰੀਆਂ ਪਿੱਛੋਂ ਅਭਿਆਸ ਕਰੀਏ। ਇਹ ਨਾਮ ਦਾ, ਬੰਦਗੀ ਦਾ, ਨਫ਼ਰਤਾਂ ਛੱਡੀਏ, ਫੁੱਟ ਵਾਧੀਏ, ਚਾਰ ਚਫੇਰੇ ਦੇਸ਼ ਪ੍ਰਦੇਸ਼ਾਂ 'ਚ ਫੈਲੀ ਹੋਈਏ, ਬਚੀਏ। ਆਪਾਂ ਆਪਣੇ ਤੋਂ ਸ਼ੁਰੂ ਕਰੀਏ, ਦੂਜੇ ਨੂੰ ਕਹੀਏ ਨਾ। ਜਿੱਥੇ ਕੋਈ ਨਫ਼ਰਤ ਦੀ ਗੱਲ ਕਰਦਾ ਉੱਥੇ ਕੰਨ ਬੰਦ ਕਰੀਏ, ਨਾ ਕਿ ਉਹਨੂੰ ਅੱਗੋਂ 10-20 ਬੰਦਿਆਂ ਨੂੰ ਦਸੀਏ ਵੀ ਉਹ ਫਲਾਣਾ ਕਰਦਾ ਜੇ, ਅਸੀਂ ਆਪ ਹੀ ਉਹ ਕੁਝ ਕਰਾਂਗੇ। ਇਹ ਅੱਜ ਰਿਵਾਜ ਪੈ ਗਿਆ ਹੈ। ਲੋੜ ਸਦਾ ਹੀ ਰਹੀ ਹੈ। ਮਾੜੀਆਂ ਚੀਜ਼ਾਂ ਹਮੇਸ਼ਾ ਤੋਂ ਫੈਲਦੀਆਂ ਆਈਆਂ, ਪਰ ਸਿਆਣਪ ਪਈਏ ਉਹਨਾਂ ਨੂੰ ਰੋਕਣਾ। ਆਪਾਂ ਆਪ ਸੱਚ ਦੇ ਰਸਤੇ 'ਤੇ ਤੁਰਨਾ। ਅਸੀਂ ਸੱਚ ਦੇ ਰਸਤੇ ਦਾ ਵੀ ਅਰਥ ਇਹ ਬਣਾ ਲਿਆ ਵੀ ਦੂਸਰਿਆਂ ਨੂੰ ਨਿਖੇਧ ਕਰਕੇ ਫਿਰ ਅਸੀਂ ਸ਼ਾਇਦ ਰੱਬ ਦੀ ਨਿਗਾਹ 'ਚ ਪ੍ਰਵਾਨ ਹੋਵਾਂਗੇ। ਨਹੀਂ, ਦੂਜੇ ਨੂੰ ਨੀਵਾਂ ਵਿਖਾਣਾ, ਮਾੜਾ ਕਹਿ ਕੇ ਨਹੀਂ ਪ੍ਰਵਾਨ ਖੋਣਾ, ਦੂਜੇ ਦੇ ਚਰਨਾਂ 'ਚ ਡਿੱਗ ਕੇ ਪ੍ਰਵਾਨ ਖੋਣ ਦਾ ਸਾਨੂੰ ਹੁਕਮ ਹੈ। ਇਹੀ ਹੈ ਨਾ, ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ ਕੋ, ਸਭਨਾ ਕੀ ਰੇਣਕਾ, ਤੋ ਆਓ ਖਮਾਰੈ ਪਾਸ। ਤੋ ਆਓ, ਇਹ ਚੇਤਾ ਰੱਖੀਏ ਹਮੇਸ਼ਾ। ਸਤਿਗੁਰੂ ਦਾ ਬਚਨ ਕਹਿੰਦੇ, ਰੱਬ ਤੋਂ ਟੁੱਟੇ ਹੋਏ ਆਦਮੀ ਤੋਂ ਦੂਰ ਰਵੋ, ਪਰ ਜੋੜਨ ਵਾਲ ਆ ਮਿਲ ਜਾਵੇ ਤੇ ਉਹਦੇ ਚਰਨਾਂ ਦੇ ਨੂੰ ਰੱਜ ਕੇ ਪਿਆਰ ਕਰੋ। ਮਹਾਰਾਜ ਨਾ ਘੜੀ ਮੁੜੀ ਕੁਰਬਾਨੀ 'ਚ ਸਾਨੂੰ ਇਹ ਬਚਨ ਸੁਣਾਉਂਦੇ ਨੇ। ਕਿਧਰ ਕਹਿੰਦੇ, ਐਸੀ ਕਿਰਪਾ ਮੋਹਿ ਕਰੋ, ਐਸੀ ਕਿਰਪਾ ਮੋਹਿ ਕਰੋ, ਸੰਤ ਚਰਨ ਹਮਾਰੋ ਮਾਥਾ, ਨੈਣ ਦਰਸ ਤਨ ਤੂਰ ਪਰੋ। ਅਰਦਾਸਾਂ ਹੋਣ ਤੇ ਸਤਿਗੁਰੂ ਜੀ ਦਾ ਬਚਨ ਹੈ ਵੀ ਬੰਦਗੀ ਵਾਲਿਆਂ ਦੇ ਚਰਨਾਂ 'ਚ ਸਾਡਾ ਸਿਰ ਹੋਵੇ, ਭਾਵ ਬਚਨ ਕਮਾਈਏ। ਸਤਿਗੁਰੂ ਦਾ ਇੱਕ ਜਗ੍ਹਾ ਬਚਨ ਹੈ, ਸਾਹਿਬ ਕਹਿੰਦੇ, ਸਾਕਤ ਸਿਉ ਮੁਖ ਜੋਰਿਐ, ਅਧ ਵਿੱਚੋਂ ਟੁਟੈ, ਹਰ ਜਨ ਕੀ ਸੇਵਾ ਜੋ ਕਰੇ, ਇਤ ਉਤੈ ਛੁਟੈ। ਜਿਹੜਾ ਹਰੀ ਜਨ ਦੀ ਸੇਵਾ ਕਰੇ, ਲੋਕ ਪਰਲੋਕ ਵਿੱਚ ਉਹਦੇ ਸਤਿਗੁਰੂ ਜੀ ਰਖਵਾਲੇ ਬਣਦੇ ਹਨ। ਮਹਾਰਾਜ ਮਿਹਰ ਕਰਨ ਸੱਚੇ ਪਾਤਸ਼ਾਹ ਜੀ, ਸਾਨੂੰ ਵੀ ਸਤਿਗੁਰੂ ਜੀ ਦੇ ਚਰਨਾਂ ਨਾਲ ਇਸੇ ਤਰ੍ਹਾਂ ਹੀ ਪਿਆਰ ਬਣ ਆਵੇ। ਅਸੀਂ ਵੱਧ ਤੋਂ ਵੱਧ ਗੁਰੂ ਮੰਤਰ ਦਾ, ਮੂਲ ਮੰਤਰ ਦਾ ਅਭਿਆਸ ਕਰੀਏ। ਸ੍ਰੀ ਜਪਜੀ ਸਾਹਿਬ ਦੇ ਪਾਠਾਂ ਦਾ ਕੁਝ ਸਤਿਕਾਰਯੋਗ ਬਾਬਾ ਸੁੰਦਰ ਸਿੰਘ ਸਾਹਿਬ ਨਾਲ ਸੰਬੰਧਿਤ ਬਚਨ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਦੇ ਜੀਵਨ ਵਿੱਚ ਨੂੰ ਵਿਚਾਰਦਿਆਂ ਸਾਂਝੇ ਕਰਾਂਗੇ। ਹੁਣ ਲਈ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।